ਸ੍ਰੀ ਨਾਨਕ ਅੰਗਦ ਗੁਰੂ। ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ। ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ। ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ। ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਰਬ ਵਿਖੈ ਸਿਮਲ ਬ੍ਰਿਖ। ਸੁਖ ਮਨ ਤਜ ਅਗਿਆਨ। ਸਤਿਗੁਰ ਚਰਨ ਰਸਾਲ ਕੋ ਸੇਵ ਸਦਾ ਸੁਖ ਮਾਨਾ। ਸਰਬ ਬਿਖੈ ਸਿਮਲ ਬ੍ਰਿਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਭਗਤ ਵਤਸਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਲੈ ਰਹੇ ਹੋ। ਗੁਰੂ ਸਾਹਿਬ ਜੀ ਦੀ ਸੱਚ ਕੀ ਬਾਣੀ ਅਲਾਹੀ ਬਾਣੀ ਦੇ ਜਾਪ ਹੋਏ। ਆਪ ਸੰਗਤਾਂ ਨੇ ਸਰਵਣ ਕਰਕੇ ਲਾਹਾ ਲਿਆ ਹੈ। ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ। ਹਾਜ਼ਰੀਆਂ ਭਰ ਕੇ ਤਿਲ ਫੁੱਲ ਭੇਟਾ ਗੁਰੂ ਚਰਨਾਂ ਵਿੱਚ ਭੇਟ ਕਰਕੇ ਅਰਪਣ ਕਰਕੇ ਆਪਣੇ ਜਨਮ ਨੂੰ ਆਪਣੇ ਸਤਿਗੁਰ ਦੇ ਦਿੱਤੀਆਂ ਹੋਈਆਂ ਦਾਤਾਂ ਨੂੰ ਸਫਲਾ ਕਰ ਰਹੇ ਹੋ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਕਿ ਗੁਰੂ ਸਾਹਿਬ ਜੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹਨ। ਉਹਨਾਂ ਸਤਿਗੁਰਾਂ ਦਾ ਆਪਾਂ ਲੜੀਵਾਰ ਰੂਪ ਵਿੱਚ ਇਤਿਹਾਸ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਐਮਨਾਬਾਦ ਦੇ ਲੋਕਾਂ ਨੇ ਭਾਈ ਮਰਦਾਨਾ ਜੀ ਅਤੇ ਦੋ ਸੰਤਾਂ ਦੀ ਬੇਅਦਬੀ ਕੀਤੀ। ਜਿੱਥੋਂ ਦੇ ਲੋਕ ਸਾਰੇ ਜਮਾਂ ਹੀ ਵਿਗੜੇ ਤਿਗੜੇ ਸਨ, ਉਹਨਾਂ ਨੂੰ
ਸੰਤਾਂ ਦੀ ਨਰਾਦਰੀ ਦਾ ਫਲ ਮਿਲਿਆ। ਬਹੁਤ ਐਮਨਾਬਾਦ ਵਿੱਚ ਉਜਾੜਾ ਹੋਇਆ। ਗੁਰੂ ਸਾਹਿਬ ਜੀ ਦੇ ਬਾਬਰ ਨਾਲ ਹੀ ਬਚਨ ਹੋਏ, ਉਹਨੂੰ ਵੀ ਪੁਸ਼ਤਦਾਰ ਪੁਸ਼ਤ ਰਾਜ ਭਾਗ ਬਖਸ਼ਿਆ। ਐਮਨਾਬਾਦੀ ਲੋਕ ਜਿਸ ਤਰ੍ਹਾਂ ਉਜੜੇ, ਸਤਿਗੁਰਾਂ ਨੇ ਫਿਰ ਉਸੇ ਤਰ੍ਹਾਂ ਹੀ ਵਸਾਏ। ਇਹ ਸਾਰੀਆਂ ਜਿਹੜੀਆਂ ਕਲਾ ਹੈ ਮਹਾਰਾਜ ਜੀ ਵਿੱਚ ਹੈਗੀਆਂ ਕਿ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ ਚੜਾਵੈ, ਚੜ੍ਹੇ ਆਕਾਸ ਗਿਰਾਵੈ। ਵੀ ਧਰਤੀ ਤੇ ਪਰਮੇਸ਼ਰ ਆਕਾਸ਼ ਚੜ੍ਹਾ ਦਿੰਦਾ ਹੈ, ਆਕਾਸ਼ ਤੇ ਧਰਤੀ ਚੜ੍ਹਾ ਦਿੰਦਾ ਹੈ। ਜਿੱਥੇ ਜਲ ਹੈ, ਪਾਣੀ ਹੈ ਖੁੱਲ੍ਹੇ, ਉੱਥੇ ਮਾਰੂਥਲ ਕਰ ਦਿੰਦਾ ਪਰਮਾਤਮਾ। ਜਿੱਥੇ ਮਾਰੂਥਲ ਹੈ ਉੱਥੇ ਖੂਹ ਕਰ ਦਿੰਦਾ ਹੈ। ਜਿੱਥੇ ਖੂਹ ਹਨ ਉੱਥੇ ਪਹਾੜ ਕਰ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਕਲਾ ਵਰਤਾਈ ਹੈ। ਐਮਨਾਬਾਦ ਦੇ ਲੋਕਾਂ ਨੂੰ ਸੰਤਾਂ ਦੀ ਅਵੱਗਿਆ ਦਾ ਫਲ ਵੀ ਮਿਲਿਆ ਅਤੇ ਬਾਅਦ ਵਿੱਚ ਉਹਨਾਂ ਨੂੰ ਵਸਾਇਆ ਵੀ। ਜਿਵੇਂ ਵਿਦਵਾਨਾਂ ਦੇ ਬਚਨ ਹੈ ਕਿ ਸੰਤਾਂ ਸੇਤੀ ਮਸਕਰੀ, ਕੁਲ ਡੋਬਣ ਕੀ ਰੀਤ, ਭਾਗਵਾਨ ਸੇਵਾ ਕਰੇ, ਹੁਜਤਾਂ ਕਰੇ ਪਲੀਤ। ਜਿਹੜੇ ਕੋਈ ਪਲੀਤੇ ਮਦਮਸਤ ਜਵਾਨੀ ਦੇ ਨਸ਼ੇ ਵਿੱਚ ਹੁੰਦੇ ਹੈ, ਉਹ ਕਿਸੇ ਅਤਿਥੀ ਲੋੜਵੰਦ ਸਾਧੂ ਦੀ ਕਦਰ ਕੀਮਤ ਨਹੀਂ ਜਾਣਦੇ, ਨਾ ਕਰਦੇ ਹੈ। ਜਿਸ ਕਰਕੇ ਸਾਧ ਸੰਗਤ ਜੀ ਆਪਣੀ ਕੀਤੀ ਦਾ ਫਲ ਪਾਉਂਦੇ ਹੈ। ਇਹ ਆਪਾਂ ਵਿਸਥਾਰ ਨਾਲ ਸਰਵਣ ਪ੍ਰਸੰਗ ਕਰ ਹੀ ਲਿਆ ਹੈ ਐਮਨਾਬਾਦ ਵਾਲਾ। ਅੱਗੇ ਜਿਵੇਂ ਗੁਰੂ ਸਾਹਿਬ ਜੀ ਆਪਣੇ ਸਹੁਰੇ ਨਗਰ ਪੱਖੋ ਕੇ ਰੰਧਾਵਾ ਜੋ ਬਟਾਲੇ ਕੋਲ ਹੈ, ਮਹਾਰਾਜ ਇੱਥੇ ਆ ਗਏ। ਇਹਨਾਂ ਦੇ ਜੋ ਸਹੁਰੇ ਮੂਲ ਚੰਦ ਜੀ, ਸੱਸ ਚੰਦੋ ਰਾਣੀ, ਜੋ ਬੜੇ ਮਹਾਰਾਜ ਜੀ ਨੂੰ ਬੋਲ ਕਬੋਲ ਬੋਲਦੇ ਸਨ। ਅਤੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਚੁੱਪ ਰਹਿ ਕੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਵੀ ਭਾਈ ਜਿਹੜੇ ਅਗਿਆਨੀ ਲੋਕ, ਬੇਸਮਝ ਲੋਕ ਹੈਗੇ ਹੈ, ਉਹਨਾਂ ਨੇ ਤੁਹਾਨੂੰ ਪਰਮੇਸ਼ਰ ਦੇ ਰਸਤੇ ਜਾਂਦਿਆਂ ਕਈ ਅਟਕਾਂ ਪਾਉਣੀਆਂ, ਕਈ ਰੌਲੇ ਪਾਉਣੇ। ਤੁਸਾਂ ਨੇ ਉਹ ਮਾਰਗ ਨਹੀਂ ਛੱਡਣਾ, ਆਪਣੇ ਮਾਰਗ 'ਤੇ ਚੱਲਦੇ ਜਾਣਾ ਹੈ। ਜਿਹੜੇ ਵਿਚਾਰੇ ਅਗਿਆਨੀ ਹੈ, ਬੇਸਮਝ ਹੈ, ਉਹ ਹੁਣ ਇਹ ਗੱਲ ਨੂੰ ਕੀ ਸਮਝਣ ਪਰਮਾਤਮਾ ਦਾ ਮਾਰਗ ਕੈਸਾ ਹੈ, ਕਿਸ ਤਰ੍ਹਾਂ ਤਿਆਗ ਕਰਕੇ ਰਹਿਣਾ ਹੈ। ਗੁਰੂ ਸਾਹਿਬ ਜੀ ਨੇ ਉਹ ਤਿਆਗ ਜਿਹੜੀ ਬਿਰਤੀ ਰੱਖੀ। ਗੁਰੂ ਜੀ ਦੇ ਸੱਸ ਸਹੁਰੇ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਉਹ ਤਾਂ ਬਹੁਤ ਹੀ ਕੁਝ ਕਹਿ ਜਾਂਦੇ ਮਹਾਰਾਜ ਜੀ ਨੂੰ, ਪਰ ਮਹਾਰਾਜ ਕੋਈ ਜਵਾਬ ਨਹੀਂ ਦਿੰਦੇ, ਆਪਣੇ ਰਸਤੇ 'ਤੇ ਚੱਲਦੇ ਜਾਂਦੇ ਹੈ। ਇਵੇਂ ਦਾ ਪ੍ਰਸੰਗ ਜਿਵੇਂ ਅੱਜ ਆ ਰਿਹਾ ਹੈ, ਉਸ ਪ੍ਰਸੰਗ ਨੂੰ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਰਬ ਬਿਖੈ ਸਿਮਲ ਬ੍ਰਿਖ। ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਮਹਿਮਾ ਦਾ ਮੰਗਲ ਕਰ ਰਹੇ ਹੈ। ਕਹਿੰਦੇ ਵੀ ਆ ਸਾਰੇ ਜਿਹੜੇ ਵਿਸ਼ੇ ਹੈ, ਜਿੰਨੇ ਵਿਸ਼ੇ ਹੈ, ਤਰ੍ਹਾਂ ਤਰ੍ਹਾਂ ਦੇ ਭੋਗ ਮੰਨਣੇ ਵਿਸ਼ਿਆਂ ਦੇ। ਕਹਿੰਦੇ ਹੇ ਮਨਾ ਇਹ ਸਿਮਲ ਦੇ ਬ੍ਰਿਸ਼ ਵਾਂਗੂ ਨਿਕੰਮੇ ਹਨ। ਜਿਵੇਂ ਗੁਰਬਾਣੀ 'ਚ ਬਚਨ ਆਉਂਦੇ ਸਿਮਲ ਰੁੱਖ ਸਰਾਇਰਾ,
ਅਤ ਦੀਰਘ ਅਤ ਮੁੱਚ, ਹੋਏ ਜੇ ਆਵਹਿ ਆਸ ਕਰ, ਜਾਹੇ ਨਿਰਾਸੇ ਕਿਤ। ਸਿੰਮਲ ਦਾ ਰੁੱਖ ਬੜਾ ਲੰਬਾ ਹੁੰਦਾ ਹੈ, ਮੋਟਾ ਵੀ ਬਹੁਤ ਹੁੰਦਾ, ਪਰ ਉਹਦੇ ਫਲ ਫਿੱਕੇ, ਫੁੱਲ ਬਕ-ਬਕੇ, ਫਲ ਫਿੱਕੇ, ਫੁੱਲ ਬਕ-ਬਕੇ, ਕੰਮ ਨਾ ਆਵਹਿ ਪਤ। ਉਹਦੇ ਜਿਹੜੇ ਫਲ ਬਕ-ਬਕੇ ਹੈ, ਕਿਸੇ ਕੰਮ ਦੇ ਨਹੀਂ ਹੈ। ਅਤੇ ਉਹ ਵਿਚਾਰੇ ਤੋਤੇ ਜਿਹੜੇ ਉਹ ਫਲ ਨੂੰ ਖਾਂਦੇ ਆ, ਜਦੋਂ ਖਾਂਦੇ ਅਤੇ ਟੁੱਕ ਟੁੱਕ ਕੇ ਸੁੱਟੀ ਜਾਂਦੇ, ਸਵਾਦ ਤਾਂ ਕੋਈ ਆਉਂਦਾ ਨਹੀਂ। ਅਤੇ ਗੁਰੂ ਸਾਹਿਬ ਜੀ ਉਹੀ ਕਹਿ ਰਹੇ ਮਨ ਨੂੰ ਕਿ ਜਿੰਨੇ ਹੀ ਸਾਰੇ ਵਿਸ਼ੇ ਹੈ ਨਾ ਤਰ੍ਹਾਂ ਤਰ੍ਹਾਂ ਦੇ, ਇਹ ਸਿੰਮਲ ਦੇ ਬ੍ਰਿਸ਼ ਵਾਂਗੂ ਨਿਕੰਮੇ ਹਨ। ਸੁਖ ਮਨ ਤਜ ਅਗਿਆਨ, ਇਹ ਮੇਰੇ ਤੋਤੇ ਰੂਪੀ ਭੁੱਲੇ ਹੋਏ ਮਨ, ਤੂੰ ਜਿਹੜਾ ਅਗਿਆਨ ਕਰਕੇ ਭੁੱਲਿਆ ਹੋਇਆ ਨਾ, ਅਤੇ ਸਿੰਮਲ ਦੇ ਬ੍ਰਿਸ਼ ਵਰਗੇ ਜਿਹੜੇ ਵਿਸ਼ੇ ਹੈ ਇਹਨਾਂ ਨੂੰ ਤੂੰ ਛੱਡ, ਇਹਨਾਂ ਨੂੰ ਤੂੰ ਤਿਆਗ ਦੇ। ਸਤਿਗੁਰ ਚਰਨ ਰਸਾਲ ਕੋ, ਕਿਉਂਕਿ ਆ ਜਿਹੜੇ ਵਿਸ਼ੇ ਹੈ ਸਾਧ ਸੰਗਤ ਜੀ, ਸਿੰਮਲ ਦੇ ਬ੍ਰਿਸ਼ ਵਾਂਗ, ਕਿਵੇਂ ਵੀ ਜਿਹੜੀ ਘਰ ਵਾਲੀ ਇਹ ਸਿੰਮਲ ਦੇ ਬ੍ਰਿਸ਼ ਦੀ ਨਿਆਈ ਹੈ। ਅੱਗੇ ਜਿਹੜੇ ਬਾਲ ਬੱਚਾ ਇਹ ਫਲ ਦੀ ਨਿਆਈ ਹੈ, ਬਕ-ਬਕੇ। ਉਹ ਜਦੋਂ ਉਮਰ ਢਲਦੀ ਅਤੇ ਵਾਧ ਘਾਟ ਹੁੰਦੀ, ਪੁੱਛ ਗਿੱਛ ਨਹੀਂ ਹੁੰਦੀ, ਕਈ ਕੁੱਟਦੇ ਮਾਰਦੇ ਆ, ਕਈ ਕੁਝ ਕਰਦੇ ਆ ਬਜ਼ੁਰਗ ਨਾਲ, ਫਿਰ ਉਹਨੂੰ ਬਕ-ਬਕੇ ਲੱਗਦੇ ਫਲ ਧੀਆਂ ਪੁੱਤਰ। ਫਿਰ ਉਹ ਕਹਿੰਦਾ ਹਾਂ ਸੱਚਮੁੱਚ ਹੀ ਇਹ ਬਕ-ਬਕੇ ਹੈ, ਜਿਨ੍ਹਾਂ ਨੂੰ ਮੈਂ ਕਹਿੰਦਾ ਰਿਹਾ ਵੀ ਮੇਰੇ ਹੈ, ਮੇਰੇ ਉਹੀਓ ਹੁਣ ਮੈਨੂੰ ਮਾਰਦੇ ਹੈ। ਇਸ ਕਰਕੇ ਇਹ ਗੁਰੂ ਸਾਹਿਬ ਜੀ ਨੇ ਇੱਥੇ, ਕਵੀ ਸਾਹਿਬ ਜੀ ਨੇ ਇੱਥੇ ਪ੍ਰਮਾਣ ਦਿੱਤਾ ਉਸ ਦੇ ਮੁਤਾਬਕ ਹੀ। ਗੁਰਬਾਣੀ 'ਚ ਵੀ ਆਉਂਦਾ ਅਤੇ ਇੱਥੇ ਵੀ ਕਵੀ ਸਾਹਿਬ ਜੀ ਦੇ ਰਹੇ ਹੈ ਵੀ ਇਹ ਮੇਰੇ ਮਨਾ ਜਿਹੜੇ ਹੈ ਨਾ, ਤੂੰ ਤੋਤੇ ਰੂਪੀ ਮਨ ਅਗਿਆਨ ਵਿੱਚ ਭੁੱਲਿਆ ਹੋਇਆ, ਇਹਨਾਂ ਵਿਸ਼ਿਆਂ ਸਾਰਿਆਂ ਨੂੰ ਛੱਡ, ਅਤੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲ ਹੈ ਉਹ ਅੰਬ ਦੇ ਬ੍ਰਿਸ਼ ਦੇ ਤੁੱਲ ਹਨ। ਜੇ ਤੂੰ ਮਨਾ ਕਵੇਂ ਵੀ ਮੈਂ ਛੱਡ ਦੇਣਾ ਅਤੇ ਮੈਨੂੰ ਕੀ ਪ੍ਰਾਪਤ ਹੋਵੇ, ਕਿੱਧਰ ਮੈਂ ਜਾਵਾਂ, ਕਿਹਦਾ ਮੈਂ ਰਸ ਲਵਾਂ। ਕਹਿੰਦੇ ਹੈ ਵੀ ਸਤਿਗੁਰੂ ਜੀ ਦੇ ਜਿਹੜੇ ਚਰਨ ਹੈ ਉਹ ਅੰਬ ਦੇ, ਜਿਵੇਂ ਅੰਬ ਦਾ ਬੜਾ ਰਸ ਹੁੰਦਾ, ਅੰਬ ਬੜਾ ਮਿੱਠਾ ਹੁੰਦਾ ਹੈ, ਅੰਬ ਦੇ ਬ੍ਰਿਸ਼ ਤੁੱਲ ਹਨ ਗੁਰੂ ਜੀ ਦੇ ਚਰਨ। ਸੇਵ ਸਦਾ ਸੁਖ ਮਾਨਾ, ਐਵੇਂ ਕਰਕੇ ਤੂੰ ਗੁਰੂ ਦੇ ਜਿਹੜੇ ਚਰਨ ਹੈ ਨਾ, ਅੰਬ ਦੇ ਬ੍ਰਿਸ਼ ਦੀ ਨਿਆਈ, ਮਿੱਠੇ ਰਸਾਂ ਦਾ ਘਰ, ਉਹਨਾਂ ਚਰਨਾਂ ਦੀ ਤੂੰ ਸੇਵਾ ਕਰ, ਉਹਨਾਂ ਨੂੰ ਸੇਵ, ਅਤੇ ਸਦਾ ਹੀ ਸੁੱਖ ਮਾਣ, ਸਦਾ ਹੀ ਸੁੱਖ ਲੈ ਮੇਰੇ ਮਨਾ। ਗੁਰੂ ਦੇ ਚਰਨਾਂ ਰੂਪੀ ਅੰਬ ਦਾ ਸੇਵਾ ਕਰਨ ਰੂਪ ਰਸ ਲੈ ਕੇ। ਸ੍ਰੀ ਬਾਲਾ ਸੰਦਰ ਵਾਚ, ਚੌਪਈ ਬੈਠੇ ਹੋਤੇ ਪ੍ਰਭੂ ਗੁਣ ਖਾਨੇ। ਜੋ ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹਨ। ਇਵੇਂ ਐਮਨਾਬਾਦ ਦੇ ਬਾਰ-ਬਾਰ ਰੋੜੀ ਸਾਹਿਬ ਵਾਲੇ ਸਥਾਨ 'ਤੇ ਰੋੜਿਆਂ ਨੂੰ ਇਕੱਠਿਆਂ ਕੀਤੇ ਹੋਏ ਚੌਤਰੇ ਉੱਪਰ ਬੈਠੇ ਹੋਏ ਸਨ। ਮਰਦਾਨਾ ਤਬ ਬੋਲਿਓ ਬਾਣੀ, ਗੁਰੂ ਸਾਹਿਬ ਜੀ ਨੇ ਮੈਂ ਆਨੰਦ ਵਿੱਚ ਮਸਤ ਹੋਇਆ ਦੇਖ ਕੇ ਭਾਈ ਮਰਦਾਨਾ ਤਦੋਂ ਬੋਲਿਆ ਬਚਨ। ਆਪ ਪੁਰਾ ਪੁਰ ਮਹਿ ਜਬ ਆਏ, ਮਹਾਰਾਜ ਜੀ ਆਪ ਜਦੋਂ ਪਹਿਲਾਂ ਐਮਨਾਬਾਦ ਸ਼ਹਿਰ ਵਿੱਚ ਆਏ ਸੀ। ਸੰਤ ਸੰਗ ਬੈਠੇ ਹਥਾਏ, ਜਿਸ ਥਾਂ 'ਤੇ ਤੁਸੀਂ ਹੁਣ ਬੈਠੇ ਰੋੜੀ ਸਾਹਿਬ ਵਾਲੇ ਸਥਾਨ 'ਤੇ, ਇਸੇ ਥਾਂ ਹੀ ਮਹਾਰਾਜ ਆਪ ਜੀ ਸੰਤਾਂ ਨਾਲ ਆ ਬੈਠੇ ਸੀ। ਹਿਤ ਆਹਾਰ ਕੇ ਜਾਚਨ ਗਵਨੇ, ਤੇ ਜਦੋਂ ਸ਼ਾਮ ਦਾ ਵੇਲਾ ਹੋਇਆ, ਥੋੜ੍ਹੀ ਰਾਤ ਪਈ, ਆਪ ਜੀ ਦੇ ਹੁਕਮ ਹੋਣੇ ਕਰਕੇ ਮੈਂ ਤੇ ਦੋ ਸੰਤ ਜਿਹੜੇ ਭੋਜਨ ਲੈਣ ਵਾਸਤੇ, ਮੰਗਣ ਵਾਸਤੇ ਚਲੇ ਗਏ ਸਨ ਇਸ ਨਗਰ ਸ਼ਹਿਰ ਵਿੱਚ। ਫਿਰੇ ਪਠਾਨਨ ਕੇ ਤਬ ਭਵਨੇ, ਤੇ ਉਸ ਵੇਲੇ ਮਹਾਰਾਜ ਅਸੀਂ ਪਠਾਣਾਂ ਦੇ ਬਹੁਤ ਜਿਹੜੇ ਘਰ ਹੈ ਉਹ ਫਿਰੇ।
ਬੜੇ ਘਰਾਂ ਵਿੱਚ ਚੱਕਰ ਮਾਰੇ ਸਨ। ਦੇਖ ਸ਼ੁਦਾ ਤੁਰ ਕਿਨਹਾ ਨਾ ਦੀਨਾ। ਤੇ ਸਾਨੂੰ ਭੁੱਖ ਨਾਲ ਵਿਆਕਲ ਹੋਇਆਂ ਨੂੰ ਦੇਖ ਕੇ ਕਿਸੇ ਨੇ ਸਾਨੂੰ ਭੋਜਨ ਨਹੀਂ ਸੀ ਦਿੱਤਾ, ਅੰਨ ਅਨਾਜ ਨਾ ਦਿੱਤਾ। ਬਹਰ ਮਿਲਿਓ ਦੁਖਦ ਮਨ ਹੀਨਾ, ਬਹਰ ਮਿਲਿਓ ਦੁਖਦ ਮਤ ਹੀਨਾ। ਤੇ ਬੁੱਧੀ ਤੋਂ ਹੀਣਿਆਂ ਨੂੰ, ਜਿਸ ਕਰਕੇ ਬੁੱਧੀ ਤੋਂ ਹੀਣੇ ਜਿਹੜੇ ਲੋਕ ਪਠਾਨ, ਇਹਨਾਂ ਤੋਂ ਫਿਰ ਸਾਨੂੰ ਮਹਾਰਾਜ ਬਹੁਤ ਹੀ ਦੁੱਖ ਹੀ ਮਿਲਿਆ ਸੀ ਵੀ ਧੱਕੇ ਮਾਰੇ, ਜਾਂ ਐਵੇਂ ਵੀ ਮਤਹੀਨੋ ਜੋ ਬੁੱਧੀ ਤੋਂ ਹੀਣੇ ਲੋਕ ਹੈ, ਇਹਨਾਂ ਦੇ ਉੱਪਰ ਆਪ ਜੀ ਪਠਾਣਾਪਨ ਰਾਜੀ ਹੋ ਗਈ, ਜਿਸ ਕਰਕੇ ਇਹਨਾਂ ਨੂੰ ਬਹੁਤ ਦੁੱਖ ਮਿਲਿਆ। ਬਾਅਦ ਵਿੱਚ ਕੁਝ ਮਾਰੇ ਗਏ, ਕੁਝ ਕੱਟੇ ਵੱਡੇ ਗਏ, ਕੁਝ ਫੱਟੜ ਹੋ ਗਏ ਸਨ। ਭਾਈ ਅਵਗਿਆ ਥੋਰਨ ਪਾਸੋ। ਪਰ ਗੁਰੂ ਸਾਹਿਬ ਜੀ ਵੀ ਇਹਦੇ ਸ਼ਹਿਰ ਦੇ ਬਹੁਤ ਤਗੜਾ ਹੈ ਐਮਨਾਬਾਦ, ਤੇ ਜਿਹੜੀ ਸਾਡੀ ਨਰਾਦਰੀ ਹੋਈ ਹੈ ਉਹ ਤਾਂ ਥੋੜ੍ਹਿਆਂ ਪਾਸੋਂ ਹੀ ਹੋਈ ਸੀ। ਕਹਿਣ ਦਾ ਮਤਲਬ ਕਿ ਮਹਾਰਾਜ ਜਿਹੜੇ ਸਾਡੀ ਨਰਾਦਰੀ ਹੋਈ ਧੱਕੇ ਮਾਰੇ ਸਨ, ਉਹ ਤੇ 1-2 ਪਠਾਣਾਂ ਨੇ ਲਾਣ ਪੀਤੀ ਹੋਈ ਸੀ, ਤੇ ਉਹਨਾਂ ਪਾਸੋਂ ਹੀ ਸਾਡੀ ਨਰਾਦਰੀ ਹੋਈ ਸੀ। ਮਿਲਿਓ ਸਰਬ ਪੁਰ ਕੋ ਦੁਖ ਰਾਸੋ। ਤੇ ਦੂਸਰਿਆਂ ਨੇ ਤੇ ਕੁਝ ਨਹੀਂ ਸੀ ਆਖਿਆ, ਪਰ ਮਹਾਰਾਜ ਸਾਰੇ ਸ਼ਹਿਰ ਨੂੰ ਬਹੁਤ ਦੁੱਖ ਜਿਹੜਾ ਮਿਲਿਆ ਸੀ। ਅਸਮੰਜਸ ਮੈਂ ਲੱਖ ਮਨ ਮਾਹੀ। ਐਵੇਂ ਮੈਂ ਤੇ ਮਨ ਵਿੱਚ ਬੜੀ ਅਣਬਣ ਜੀ ਜਾਣੀ ਆਪਣੇ ਵੀ ਜਿਹੜਾ ਗਲਤੀ 2 ਜਾਣਿਆਂ ਕੀਤੀ ਹੈ, ਤੇ ਮਹਾਰਾਜ ਜਿਹੜੀ ਸਜ਼ਾ ਉਹ ਸਾਰਿਆਂ ਨੂੰ ਮਿਲ ਗਈ ਹੈ। ਇਹ ਤੇ ਬੜੀ ਅਣਬਣ ਜੀ ਗੱਲ ਹੋ ਗਈ ਮੈਂ ਜਾਣੀ ਹੈ। ਭੋਜਨ ਕੀਨ ਆਪ ਕੇ ਪਾਹੀ। ਇਸ ਕਰਕੇ ਉਹ ਸੰਸ਼ੇ ਨੂੰ ਨਿਵਰਤ ਕਰਨ ਵਾਸਤੇ ਆਪ ਜੀ ਦੇ ਪਾਸੋਂ ਪੁੱਛਣਾ ਕੀਤਾ ਵੀ ਮਹਾਰਾਜ ਗਲਤੀ ਤੇ 2 ਜਾਣਿਆਂ ਦੀ ਹੈ, ਤੇ ਭੁਗਤਣੀ ਸਾਰਿਆਂ ਨੂੰ ਪੈ ਗਈ ਹੈ, ਭਾਰੀ ਸਾਰਿਆਂ ਤੇ ਪੈ ਗਿਆ ਹੈ ਕੰਮ। ਦੋਹਰਾ ਸੁਨ ਮਰਦਾਨੇ ਨਗਰ ਜਿਸ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨੇ ਸੁਣ, ਜਿਸ ਨਗਰ ਸ਼ਹਿਰ ਪਿੰਡ ਵਿੱਚ ਸੰਤ ਤਿਥ ਚੱਲ ਜਾਹੇ। ਜਿਹੜੇ ਰੱਬ ਦੇ ਪਿਆਰੇ ਸਿਮਰਨ ਵਾਲੇ ਸੰਤ, ਇਸੇ ਤਰ੍ਹਾਂ ਅਤਿਥ ਲੋੜਵੰਦ, ਭੋਜਨ ਦੀ ਲੋੜ ਵਾਲਾ ਕੋਈ ਸਾਧੂ ਮਹਾਤਮਾ, ਗਰੀਬ ਗੁਰਬਾ, ਅਭਿਆਗਤ, ਇਹੋ ਜਿਹਾ ਜਿਹੜਾ ਲੋੜਵੰਦ ਚੱਲ ਜਾਏ, ਸੇਵਾ ਹੋਏ ਨਾ ਤਾਹੇ ਕੀ। ਤੇ ਉਸ ਨਗਰ ਵਿੱਚ ਜੇ ਉਸ ਸੰਤ ਸਾਧੂ ਭੋਜਨ ਛਕਣ ਵਾਲੇ, ਜਿਹਨੂੰ ਭੋਜਨ ਛਕਣਾ, ਐਸੇ ਲੋੜ ਵਾਲੇ ਦੀ ਜੇ ਸੇਵਾ ਨਾ ਹੋਏ, ਉਹਨੂੰ ਕੋਈ ਅੰਨ ਅਨਾਜ ਦੇ ਨਾ, ਸਭ ਹਿਨ ਪਾਪ ਲਗਾਹੇ। ਤੇ ਮਰਦਾਨਿਆਂ ਸਾਰਿਆਂ ਨੂੰ ਹੀ ਪਾਪ ਲੱਗਦਾ ਹੈ। ਜੇ ਇੱਕ ਨਗਰ ਵਿੱਚ ਆਏ ਨਾ ਕੋਈ ਸੰਤ ਸਾਧੂ, ਤੇ ਲੋਕ ਉਹਨੂੰ ਦੇਣ ਕੱਖ ਨਾ, ਤੇ ਹੇ ਭਾਈ ਮਰਦਾਨਾ ਉਹਦਾ ਦੁੱਖ ਸਾਰਿਆਂ ਨੂੰ ਹੀ ਲੱਗਦਾ ਹੈ। ਚੌਪਈ ਜਾਨਾ ਗ੍ਰਸਤ ਧਰਮ ਸ਼ੁਭ ਇਹੋ। ਕਿਉਂਕਿ ਜਿਹੜਾ ਗ੍ਰਸਤ ਧਰਮ ਆਸ਼ਰਮ ਹੈ, ਉਸ ਗ੍ਰਸਤ ਧਰਮ ਦਾ ਤੂੰ ਜਾਣ ਲਾ ਵੀ ਸਭ ਤੋਂ ਚੰਗਾ ਇਹੀਓ ਧਰਮ ਹੈ। ਆਏ ਅਤਿਥ ਕੀ ਸੇਵ ਕਰੇ ਹੋ। ਵੀ ਜਦੋਂ ਕੋਈ ਸਾਧੂ ਸੰਤ ਭੋਜਨ ਛਕਣ ਵਾਲਾ ਕੋਈ ਗਰੀਬ ਆ ਜਾਏ, ਤੇ ਉਸ ਸਾਧੂ ਨੂੰ ਆਏ ਹੋਏ ਦੀ ਉਹਦੀ ਸੇਵਾ ਕਰੇ। ਜਥਾ ਸ਼ਕਤ ਤਿਹ ਆਦਰ ਕਰਹੀ। ਜਥਾ ਸ਼ਕਤ ਜਿਵੇਂ ਯੋਗ ਬਣਦਾ ਉਸ ਦਾ ਆਦਰ ਕਰੇ, ਜਿਵੇਂ ਦੀ ਆਪਣੀ ਹੈਗੀ ਨਾ ਸਮਰੱਥਾ, ਜਿਹੋ ਜਿਹੀ ਆਪਾਂ ਖਾਣੇ ਮਾੜੀ ਚੰਗੀ ਉਹੋ ਜਿਹੀ ਉਹਨੂੰ ਸਾਧੂ ਨੂੰ ਦੇ ਦਈਏ, ਸੰਤ ਨੂੰ, ਤੇ ਇਵੇਂ ਉਸ ਦਾ ਆਦਰ ਹੀ ਕਰੀਏ ਸਾਧੂ ਸੰਤ ਦਾ। ਦੇ ਆਹਾਰ ਮ੍ਰਿਦ ਬਚਨ ਉਚਰਹੀ। ਸਗੋਂ ਉਹਦੇ ਆਏ ਹੋਏ ਸਾਧੂ ਨੂੰ ਘਰ ਵਿੱਚ ਉਹਨੂੰ ਪੁੱਠਾ ਨਾ ਬੋਲੀਏ, ਐ ਮਿੱਠੇ ਪਿਆਰੇ ਕੋਮਲ ਬਚਨ ਉਚਾਰੀਏ, ਤੇ ਭੋਜਨ ਤਿਆਰ ਕਰਕੇ ਉਹਨੂੰ ਦੇਣਾ ਕਰੀਏ। ਧਰਮਹੀਨ ਇਹ ਖਾਨ ਦੁਸ਼ਟ ਮਤ। ਤੇ ਮਰਦਾਨਿਆ ਜਿਨ੍ਹਾਂ ਬਾਰੇ ਤੂੰ ਪੁੱਛਦਾ ਹੈ ਨਾ, ਇਹ ਪਠਾਣਾਂ ਬਾਰੇ, ਇਹ ਤੇ ਧਰਮ ਤੋਂ ਬਿਨਾਂ ਹੋ ਗਏ ਸਨ, ਦੁਸ਼ਟ ਖਾਨ। ਇਹਨਾਂ ਦੀ ਤੇ ਮੱਤ ਜਿਹੜੀ ਦੁਸ਼ਟ ਹੋਈ ਪਈ ਸੀ, ਪਠਾਣਾਂ ਦੀ ਜਮਾ ਹੀ ਮਾਰੀ ਪਈ ਸੀ। ਪ੍ਰਭਤਾ ਮਦ ਮਹਿ ਭਏ ਅੰਧ ਅਤ। ਪ੍ਰਭਤਾ ਵਡੱਪਣ ਪੁਣੇ ਦੇ ਨਸ਼ੇ ਵਿੱਚ ਜਮਾ ਹੀ ਅੰਧੇ ਹੋਏ ਪਏ ਸੀ।
ਬਿਲਕੁਲ ਹੀ ਅੱਖਾਂ ਅੱਗੇ ਪਰਦਾ ਹੀ ਆਇਆ ਹੋਇਆ ਸੀ। ਕਹਿਰ ਉਚਿਤ ਥੇ ਕਹਿਰ ਪਰਿਓ ਸਿਰ। ਐਵੇਂ ਕਹਿਰ ਸਹਾਰਨ ਦੇ ਯੋਗ ਸਨ, ਜਿਸ ਕਰਕੇ ਮਰਦਾਨਿਆਂ ਇਹਨਾਂ ਦੇ ਸਿਰਾਂ ਉੱਪਰ ਕਹਿਰ ਹੀ ਆ ਪਿਆ ਹੈ, ਇਹਨਾਂ ਦੇ ਉੱਪਰ ਕਹਿਰ ਹੀ ਢਹਿ ਪਿਆ ਹੈ, ਇਹਨਾਂ ਦੇ ਕਰਤੂਤਾਂ ਕਰਕੇ ਹੀ। ਸਦਾ ਖੁਦਾਏ ਵਿਸਾਰ ਰਹੇ ਔਰ। ਕਿਉਂਕਿ ਜੋ ਖੁਦਾ ਹਰ ਵੇਲੇ ਯਾਦ ਕਰਨਾ ਚਾਹੀਦਾ, ਜਿਸ ਪਰਮੇਸ਼ਰ ਰੱਬ ਨੂੰ, ਉਹਨੂੰ ਤੋਂ ਹਿਰਦੇ ਵਿੱਚ ਭੁਲਾ ਹੀ ਰਹੇ ਸਨ, ਭੁੱਲੇ ਪਏ ਹੋਏ ਸੀ। ਮਰਦਾਨੇ ਕੇ ਮਨ ਸੰਦੇਹੂ। ਭਾਈ ਮਰਦਾਨੇ ਦੇ ਮਨ ਵਿੱਚ ਫੇਰ ਵੀ ਜਿਹੜਾ ਸੰਸਾ ਬਣਿਆ ਹੀ ਰਿਹਾ ਵੀ ਆਹ ਤੇ ਬੜੀ ਮਾੜੀ ਗੱਲ ਹੈ ਵੀ ਗਲਤੀ ਦੋਵਾਂ ਨੇ ਕੀਤੀ ਹੈ, ਭੁਗਤਣੀ ਸਾਰੀ ਸ਼ਹਿਰ ਨੂੰ ਹੀ ਪੈ ਗਈ ਹੈ। ਕੁਛ ਕੁ ਰਹਿਓ ਪਰ ਬੋਲ ਨਾ ਕੇਹੂ। ਕੁਝ ਕੁ ਮਨ ਵਿੱਚ ਸੰਸਾ ਰਹਿ ਗਿਆ ਹੈ ਵੀ ਇਸ ਤਰ੍ਹਾਂ ਤੇ ਨਹੀਂ ਚਾਹੀਦਾ, ਜੋ ਗਲਤੀ ਕਰੇ ਉਹਨੇ ਤੇ ਭੁਗਤਣੀ ਦੂਜੇ ਕੋ ਭੁਗਤਣ। ਐਵੇਂ ਕੁਝ ਕੁ ਸੰਸਾ ਬਣਿਆ ਰਿਹਾ ਵੀ ਮਾੜੀ ਗੱਲ ਹੋਈ ਹੈ, ਪਰ ਗੁਰੂ ਸਾਹਮਣੇ, ਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਭਾਈ ਮਰਦਾਨਾ ਕੁਝ ਨਾ ਬੋਲ ਸਕਿਆ, ਕੁਝ ਨਹੀਂ ਬੋਲਿਆ, ਚੁੱਪ ਹੀ ਰਿਹਾ। ਸ੍ਰੀ ਨਾਨਕ ਤਿਹ ਔਰ ਕੀ ਜਾਣੇ। ਗੁਰੂ ਨਾਨਕ ਸਾਹਿਬ ਹੁਣ ਅੰਤਰਜਾਮੀ ਹੈ ਮਹਾਰਾਜ, ਭਾਈ ਮਰਦਾਨੇ ਦੇ ਹਿਰਦੇ ਦੀ ਜਾਣੀ ਗੱਲ। ਬਿਨ ਸੰਸਾ ਕਰਬੇ ਬਿਦ ਠਾਨੇ। ਵੀ ਹਜੇ ਵੀ ਸੰਸਾ ਛੱਡਿਆ ਨਹੀਂ, ਲਈ ਫਿਰਦਾ ਮਰਦਾਨਾ ਸਮਝਾਉਣ ਕਰਕੇ ਵੀ। ਚਲੋ ਵੀ ਬਿਨਾਂ ਸੰਸੇ ਤੋਂ ਹੋ ਜਾਏ ਤੇ ਇਹ ਸੰਸਾ ਦੇ ਮਨ 'ਚ ਰਹਿ ਨਾ ਜਾਏ। ਬਿਨ ਸੰਸੇ ਤੋਂ ਕਰਨ ਵਾਸਤੇ ਮਹਾਰਾਜ ਨੇ ਐਸੀ ਵਿਧੀ ਧਾਰਨ ਕੀਤੀ ਹੈ, ਇਹੋ ਜਿਹਾ ਢੰਗ ਤਰੀਕਾ ਵਰਤਣਾ ਕੀਤਾ ਹੈ। ਕਿਤਕ ਸਮਾਂ ਜਬ ਬੈਠ ਬਿਤਾਵਾ। ਜਦੋਂ ਕਿੰਨਾ ਹੀ ਸਮਾਂ ਬੈਠ ਕੇ ਭਾਈ ਮਰਦਾਨੇ ਨੇ ਲੰਘਾਇਆ ਬਿਤਾਇਆ ਹੈ। ਮਰਦਾਨੇ ਤਬ ਆਲਸ ਆਵਾ। ਤਦੋਂ ਭਾਈ ਮਰਦਾਨੇ ਨੂੰ ਆਲਸ ਜਿਹਾ ਆ ਗਿਆ, ਨੀਂਦ ਆ ਗਈ ਹੈ। ਸੋਏ ਰਹਿਓ ਤਬ ਪੇਖ ਜਗ ਸਾਈ। ਜਦੋਂ ਭਾਈ ਮਰਦਾਨਾ ਉੱਥੇ ਹੀ ਸੌਂ ਰਿਹਾ ਹੈ, ਉਹ ਰੜੇ ਮੈਦਾਨ 'ਚ ਹੀ ਐਵੇਂ ਭੁੰਜੀ ਜ਼ਮੀਨ 'ਤੇ ਪੈ ਗਏ, ਸੌਂ ਗਏ ਲੰਮੀਆਂ ਤਾਣ ਕੇ। ਤੇ ਜਗਤ ਦੇ ਜੋ ਸਾਈਂ ਗੁਰੂ ਨਾਨਕ ਸਾਹਿਬ ਜੀ ਤਦੋਂ ਵੇਖ ਕੇ ਮਦਰ ਬੂੰਦ ਇੱਕ ਉਦਰ ਪਵਾਈ। ਇੱਕ ਜਿਹੜੇ ਮਿੱਠੇ ਦੀਆਂ ਬੂੰਦਾਂ ਹੈ ਉਹ ਭਾਈ ਬਾਲਾ ਜੀ ਨੂੰ ਕਹਿ ਕੇ ਤੇ ਭਾਈ ਮਰਦਾਨਾ ਜੀ ਦੇ ਪੇਟ ਤੇ ਪਵਾ ਦਿੱਤੀਆਂ ਕੁਝ ਕੁ ਬੂੰਦਾਂ। ਤਿਹ ਸੁਗੰਧ ਕਰ ਕੀਟੀ ਆਈ। ਉਹਦੀ ਸੁਗੰਧੀ ਕਰਕੇ ਮਿੱਠੇ ਦੀ ਜਿਹੜੀ ਕੀੜੀਆਂ ਉੱਥੇ ਆ ਗਈਆਂ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹੈ ਕਿ ਜਿਹੜਾ ਗੁੜ ਕਿਤੇ ਵੀ ਲੁਕਾ ਕੇ ਰੱਖ ਲਿਆ ਜਾਵੇ, ਜਾਏ ਮਿਲੇ ਗੁੜ ਕੀੜਿਆਂ, ਰੱਖੇ ਰੱਖਣ ਹਾਰ ਲੁਕਾਏ। ਵੀ ਜਿਹੜਾ ਲੁਕਾਉਣ ਵਾਲਾ ਨਾ ਉਹ ਲੁਕਾ ਕੇ ਰੱਖਦਾ, ਜਿੱਥੇ ਮਰਜ਼ੀ ਰੱਖ ਲੈ, ਪਰ ਜਿਹੜੇ ਜਾਏ ਮਿਲੇ ਗੁੜ ਕੀੜਿਆਂ, ਕੀੜੇ ਜਾ ਕੇ ਉੱਥੇ ਮਿਲ ਹੀ ਜਾਂਦੇ। ਪਰਮੇਸ਼ਰ ਵੱਲੋਂ ਕੀੜਿਆਂ ਨੂੰ ਬਖਸ਼ਿਸ਼ ਹੀ ਹੈ ਮਿੱਠੇ ਦੇ ਜਾਣ ਦੀ। ਅਤੇ ਉਹ ਜਦੋਂ ਬੂੰਦਾਂ ਪੇਟ 'ਤੇ ਪਾ ਦਿੱਤੀਆਂ ਤੇ ਜਿਹੜੀਆਂ ਕੀੜੀਆਂ ਉਹ ਬਹੁਤੀਆਂ ਇਕੱਠੀਆਂ ਕਰਕੇ ਹੋ ਕੇ ਆ ਗਈਆਂ। ਭਾਈ ਬਹੁਤ ਇਕੱਠੀ ਤਿਹ ਠਾਈ। ਜਿਹੜੀਆਂ ਕੀੜੀਆਂ ਸੀ ਉਹ ਬਹੁਤੀਆਂ ਇੱਕ ਥਾਂ ਪਾਓ, ਉਸ ਥਾਂ ਜਿੱਥੇ ਮਿੱਠਾ ਲੱਗਾ ਹੋਇਆ ਸੀ ਆ ਇਕੱਠੀਆਂ ਹੋਈਆਂ। ਇੱਕ ਪਪੀਲ ਕਾ ਕਾਟਿਓ ਜਬ ਹੀ। ਜਦੋਂ ਹੀ ਇੱਕ ਕੀੜੀ ਨੇ ਭਾਈ ਮਰਦਾਨਾ ਜੀ ਨੂੰ ਕੱਟਿਆ, ਦੰਦੀ ਜੀ ਵੱਡੀ ਹੈ, ਜਾਗ ਮਿਲੀ ਮਰਦਾਨੇ ਸਭ ਹੀ। ਉਸੇ ਵੇਲੇ ਬੜੀ ਛੇਤੀ ਜਾਗੇ ਹੈ ਤੇ ਸਾਰੀਆਂ ਦੀ ਸਾਰੀਆਂ ਕੀੜੀਆਂ ਮਲ ਸੁੱਟੀਆਂ ਭਾਈ ਮਰਦਾਨੇ ਨੇ। ਚੁੰਡੀ ਜੀ ਭਰ ਕੇ ਦਲ ਮਲ ਸੁੱਟੀਆਂ। ਮਾਰੀ ਸਰਬ ਪੁਨ ਲੱਗਿਓ ਨਿਹਾਰਨਾ। ਜਦੋਂ ਸਾਰੀਆਂ ਕੀੜੀਆਂ ਮਰ ਗਈਆਂ ਤੇ ਫਿਰ ਵੇਖਣ ਲੱਗੇ ਐ। ਤਬ ਸ੍ਰੀ ਗੁਰ ਕੀ ਭਜਨ ਉਚਾਰਨਾ। ਭਾਈ ਮਰਦਾਨਾ ਜੀ ਨੇ ਵੇਖ ਕੇ ਗੁਰੂ ਸਾਹਿਬ ਜੀ ਨੇ ਬਚਨ ਉਚਾਰਨ ਕੀਤਾ। ਕਾਟਿਓ ਏਕ ਬਹੁਤ ਤੈ ਮਾਰੀ। ਮਰਦਾਨਿਆ ਕੀ ਹੋਇਆ ਹੈ? ਕੱਟਿਆ ਇੱਕ ਕੀੜੀ ਨੇ, ਤੂੰ ਤੇ ਬਹੁਤੀਆਂ ਹੀ ਮਾਰ ਦਿੱਤੀਆਂ, ਭਾਵ ਸਾਰੀਆਂ ਮਲ ਕੇ ਰੱਖ ਦਿੱਤੀਆਂ। ਮਰਦਾਨੇ ਔਰ ਲਿਹੋ ਵਿਚਾਰੀ। ਮਰਦਾਨੇ ਵਿੱਚ ਤੂੰ ਹਿਰਦੇ ਵਿੱਚ ਵਿਚਾਰ ਲਾ ਇਸੇ ਤਰ੍ਹਾਂ ਵੀ ਕੱਟਿਆ ਤੈਨੂੰ ਇੱਕ ਨੇ ਹੈ, ਤੂੰ ਮਲ ਜਿਹੜੀਆਂ ਸਾਰੀਆਂ ਹੀ ਦਿੱਤੀਆਂ ਹੈ। ਇਹ ਗੁਰੂ ਸਾਹਿਬ ਜੀ ਨੇ ਸਿੱਖਿਆ ਦੇਣ ਲਈ ਸਭ ਕੁਝ ਕੀਤਾ। ਕੌਤਕ ਮਰਦਾਨੇ, ਭਾਈ ਮਰਦਾਨੇ ਜੀ ਨੇ ਮਨੁੱਖ ਦੀ ਜਿਹੜੀ ਇੱਕ ਭੁੱਲ ਦੱਸੀ ਹੈ ਕਿ ਜੋ ਮਨੁੱਖ ਹੈ ਨਾ, ਬੇਖਿਆਲੀ ਵਿੱਚ ਸਭ ਕੋਈ
ਇਹੋ ਜਿਹਾ ਕਰਾ ਲੈਂਦਾ ਹੈ ਵੀ ਇੱਕ ਦੀ ਗਲਤੀ ਦੂਸਰਿਆਂ ਨੂੰ ਭੁਗਤਣੀ ਪੈ ਜਾਂਦੀ ਹੈ। ਕਰਦਾ ਕੋਈ ਹੈ, ਕਰੀ ਕੋਈ ਜਾਂਦਾ, ਭੁਗਤੀ ਕੋਈ ਜਾਂਦਾ ਹੈ। ਕਿਉਂਕਿ ਮਨੁੱਖ ਦੀ ਜਿਹੜੀ ਸਾਧ ਸੰਗਤ ਜੀ ਪਸ਼ੂ ਬਿਰਤੀ ਹੈ ਸਭ ਵਿੱਚ, ਕਿ ਆਪਣੇ ਮਨ ਵਿੱਚ ਨਿਆਂ ਜਿਹੜਾ ਇਹ ਕਰਨਾ ਤੇ ਦੂਰ ਦੀ ਗੱਲ ਮਨੁੱਖ ਦੇ, ਇਹਦੇ ਪਸ਼ੂ ਬਿਰਤੀ ਜਿਹੜੀ ਹੈ, ਪਸ਼ੂ ਬਿਰਤੀ ਕਰਕੇ ਹੀ ਜਿਹੜੀ ਪ੍ਰਧਾਨ ਹੋਈ, ਉਹਦੇ ਕਰਕੇ ਇਹੋ ਜਿਹਾ ਮਨੁੱਖ ਗਲਤੀਆਂ ਕਰਾ ਲੈਂਦਾ ਵੀ ਜੇ ਕੁਝ ਹੋ ਜਾਵੇ, ਕਰਨਾ ਹੋਵੇ ਤੇ ਇੱਕ ਦੀ ਬਜਾਏ ਉਹ ਕਈਆਂ ਦਾ ਕੁਝ ਕਰ ਦਿੰਦਾ ਹੈ। ਜਿਵੇਂ ਸਾਧ ਸੰਗਤ ਜੀ ਆ, ਹੁਣ ਇਹਨਾਂ ਪਠਾਨਾਂ ਦੀ ਇਹ ਗਲਤੀ ਸੀ ਵੀ ਚਲੋ ਮਰਦਾਨਿਆਂ ਜੇ ਤੁਹਾਨੂੰ ਧੱਕੇ ਮਾਰੇ ਸੀ, ਉਹ ਇੱਕ ਦੋ ਪਠਾਨਾਂ ਨੇ ਸੱਟ ਲਾ ਦਿੱਤੀ ਹੈ, ਤੇ ਜਿਹੜੇ ਦੂਸਰੇ ਵੇਖ ਰਹੇ ਸੀ ਉਹਨਾਂ ਦਾ ਤੇ ਹਾ ਮਾਰਨ ਦਾ ਨਾਰਾ, ਹਾ ਦਾ ਨਾਰਾ ਮਾਰਨ ਦਾ ਫਰਜ਼ ਸੀ ਨਾ। ਉਹ ਕਹਿੰਦੇ ਵੀ ਚਲੋ ਜੇ ਤੂੰ ਨਹੀਂ ਕੁਝ ਦੇਣਾ ਇਹਨਾਂ ਨੂੰ ਤੇ ਤੂੰ ਵੀ ਧੱਕੇ ਕਾਹਨੂੰ ਮਾਰਦਾ, ਧੱਕੇ ਤਾਂ ਨਾ ਮਾਰ। ਚਲੋ ਜਿਹੜਾ ਦੇਣਾ ਲੈਣਾ ਉਹਦੇ ਵੱਖਰੀ ਗੱਲ ਹੈ, ਮਾਰਨ ਦੀ ਕੀ ਲੋੜ ਹੈ, ਉਹ ਹਾ ਦਾ ਨਾਰਾ ਤੇ ਮਾਰ ਦੇ। ਪਰ ਉਹਨਾਂ ਨੇ ਤੇ ਹਾ ਦਾ ਨਾਰਾ ਵੀ ਨਹੀਂ ਮਾਰਿਆ। ਹੁਣ ਕੋਈ ਧੱਕੇ ਮਾਰੀ ਜਾਵੇ ਬਿਨਾਂ ਵਜ੍ਹਾ, ਕਿਸੇ ਨੂੰ ਮਾਤੜ ਨੂੰ ਕੁੱਟੀ ਪਿੱਟੀ ਜਾਏ ਤੇ ਲਾਗੇ ਮੂੰਹ ਚੱਕ ਕੇ ਜਿਹੜਾ ਦੇਖੀ ਜਾਣਾ, ਇਹ ਤਾਂ ਬਹੁਤ ਵੱਡਾ ਪਾਪ ਹੈ। ਅੱਜ ਜਿਵੇਂ ਮਹਾਰਾਸ਼ਟਰ ਗੁਜਰਾਤ ਵਾਲੇ ਹੋਈ ਹਾਲਤ ਹੁੰਦੀ ਹੈ, ਉਹ ਇੱਕ ਦੀ ਚਮੜੀ ਢੇੜੀ ਜਾਣਗੇ, ਮਾਰੀ ਜਾਣਗੇ 10-10 ਜਾਣੇ ਮਿਲ ਕੇ। ਬਾਕੀ ਉੱਥੇ ਮਹੱਲਿਆਂ ਦੇ ਮਹੱਲੇ ਆ ਜਿਹੜੇ ਲੋਕ ਗਏ ਹੁੰਦੇ ਆ ਕਮਾਈਆਂ ਕਰਨ, ਉਹ ਸਾਰੇ ਮੂੰਹ ਵੱਲ ਵੇਖੀ ਜਾਂਦੇ ਆ, ਕਿਹੜਾ ਉਹਨਾਂ ਨੂੰ ਆਖੇ ਹੁਣ। ਪਰ ਉਹ ਵੇਖਣ ਦਾ ਵੀ ਇੱਕ ਪਾਪ ਹੈ ਕਿ ਨਹੀਂ ਕੁਝ ਕਰ ਸਕਦੇ, ਉੱਥੇ ਬਹਿ ਕੇ ਵੀ ਕੀ ਕਰਨਾ। ਅਤੇ ਇਹਨਾਂ ਲੋਕਾਂ ਦਾ ਹੁਣ ਉਹੀ ਹਾਲਤ ਵੀ ਜੇ ਧੱਕੇ ਮਾਰ ਹੀ ਦਿੱਤੇ ਹੈ ਅਤੇ ਉਹ ਕੋਈ ਹਾ ਦਾ ਨਾਰਾ ਮਾਰਦਾ ਅਤੇ ਚਲੋ ਸਾਰਿਆਂ ਦਾ ਬਚਾਅ ਹੋ ਜਾਂਦਾ, ਪਤਾ ਚੱਲ ਜਾਂਦਾ ਵੀ ਇੱਥੇ ਭਲੇ ਲੋਕ ਵੀ ਹੈਗੇ ਹੈ। ਹੁਣ ਜਿਵੇਂ ਮਲੇਰਕੋਟਲੇ ਦਾ ਹੈ ਸੀ, ਮਲੇਰਕੋਟਲੀਆ ਮੁਹੰਮਦ ਸ਼ੇਰ ਖਾਂ, ਅਤੇ ਉਹਨੇ ਹਾ ਦਾ ਨਾਰਾ ਹੀ ਮਾਰਿਆ ਅਤੇ ਉਹ ਸਾਰੇ ਬਚ ਗਏ ਹੈ ਮਲੇਰਕੋਟਲੀਏ। ਜੇ ਉਹ ਹੁਣ ਹਾ ਦਾ ਨਾਰਾ ਨਾ ਮਾਰਦੇ ਅਤੇ ਉਹ ਸਾਰੇ, ਉਹਨਾਂ ਦਾ ਵੀ ਭੋਗ ਪੈ ਜਾਂਦਾ ਨਾਲੇ, ਜਿੱਥੇ ਦੂਜੇ ਪਠਾਨ ਗਏ ਉਹ ਵੀ ਚਲੇ ਜਾਂਦੇ, ਸਭ ਮਾਰੇ ਜਾਂਦੇ। ਸਗੋਂ ਉਹਨੇ ਹਾ ਦਾ ਨਾਰਾ ਹੀ ਮਾਰਿਆ ਵੀ ਵਜ਼ੀਰ ਖਾਨ, ਸਾਡਾ ਜਿਹੜਾ ਹਿਸਾਬ ਕਿਤਾਬ ਬਦਲਾ ਲੈਣਾ ਉਹ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਕੋਲ ਲਵਾਂਗੇ, ਅਤੇ ਇੱਧਰ ਉਹਨਾਂ ਦੇ ਮਾਤਾ ਜੀ ਦਾ ਕੀ ਕਸੂਰ ਹੈ, ਸਾਹਿਬਜ਼ਾਦਿਆਂ ਦਾ, ਬੱਚਿਆਂ ਦਾ ਕੀ ਕਸੂਰ ਹੈ, ਇਹਦੇ ਪਾਪ ਹੈ। ਇਹਦੇ ਕਿਤੇ ਵੀ ਨਹੀਂ ਲਿਖਿਆ ਵੀ ਜਿਹੜਾ ਵੀ ਪਿਓ ਦਾ ਬਦਲਾ ਤੇ ਪੁੱਤਾਂ ਕੋਲ ਲਿਆ ਜਾਏ। ਇਸ ਕਰਕੇ ਤੂੰ ਬੇਇਨਸਾਫੀ ਕਰ ਰਿਹਾ। ਵਜ਼ੀਰ ਖਾਨ ਕਹਿੰਦਾ ਵੀ ਤੁਹਾਡੇ ਭਰਾ ਨੂੰ ਮਾਰਿਆ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਜੰਗ ਵਿੱਚ, ਤੂੰ ਬਦਲਾ ਲੈ, ਮੌਕਾ ਹੈ ਤੇਰੇ ਕੋਲ। ਹੁਣ ਮਲੇਰਕੋਟਲੇ ਦਾ ਜਿਹੜਾ ਹੈ ਸੀ, ਇਹ ਬੜਾ ਸਿਆਣਾ ਸੀ, ਸੂਰਮਾ ਪਠਾਨ, ਕਹਿੰਦਾ ਵੀ ਵੇਖ ਵਜ਼ੀਰ ਖਾਨ, ਮੇਰਾ ਭਰਾ ਸੂਰਮਿਆਂ ਵਾਂਗ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਹੋ ਕੇ ਲੜ ਕੇ ਉਹਨੇ ਸ਼ਹੀਦੀ ਪਾਈ ਹੈ, ਤਾਂ ਉਹਦੇ ਸੂਰਮਿਆਂ ਦੀ ਗੱਲ ਹੈ। ਅਸੀਂ ਕਿਉਂ ਹੁਣ ਕਾਫਰਾਂ ਵਾਲੀ, ਜਿਹੜੀ ਨਿਡਰਾਂ ਡਰਪੋਕਾਂ ਵਾਲੀ, ਕਾਇਰਾਂ ਵਾਲੀ ਗੱਲ ਕਰੀਏ ਵੀ ਉਹਨਾਂ ਦੇ ਸਾਹਿਬਜ਼ਾਦਿਆਂ ਨੂੰ ਐਵੇਂ ਸ਼ਹੀਦੀ ਦਈਏ ਬਿਨਾਂ ਵਜ੍ਹਾ? ਇਹਦੇ ਬੜੀ ਮਾੜੀ ਗੱਲ ਹੈ, ਤੂੰ ਇਹ ਮਾੜੀ ਕਰ ਰਿਹਾ ਹੈ। ਇਹ ਕੁਝ ਕਹਿੰਦਾ ਹੀ ਉਹ ਮਲੇਰਕੋਟਲੀਆ ਵਜ਼ੀਰ ਖਾਨ ਦੀ ਕਚਹਿਰੀ ਵਿੱਚੋਂ ਉੱਠ ਕੇ ਚਲਾ ਗਿਆ, ਹਾ ਦਾ ਨਾਰਾ ਮਾਰਿਆ ਅਤੇ ਸਾਧ ਸੰਗਤ ਜੀ ਉਹ ਸਾਰੇ ਬਚ ਗਏ। ਗੁਰੂ ਸਾਹਿਬ ਜੀ ਨੇ ਵੀ ਕਿਹਾ ਵੀ ਮਲੇਰਕੋਟਲੇ ਨੇ ਆਪਣੀ ਜੜ ਰੱਖ ਲਈ ਹੈ, ਬਾਕੀ ਮੁਗਲਾਂ ਦੀ ਨਹੀਂ ਕਿਸੇ ਦੀ ਰਹਿਣੀ। ਖਾਲਸਾ ਪੰਥ ਵੀ ਬਾਕੀ ਮੁਗਲਾਂ ਨੂੰ ਛੱਡਿਆ ਕਿਸੇ ਨੂੰ ਨਹੀਂ, ਅਤੇ ਮਲੇਰਕੋਟਲੇ ਵਿੱਚ ਕਿਸੇ ਨੂੰ ਕੁਝ ਕਿਹਾ ਨਹੀਂ ਖਾਲਸੇ ਨੇ। ਇਹੀ ਕਹਿੰਦੇ ਰਹੇ ਵੀ ਸਾਹਿਬਜ਼ਾਦਿਆਂ ਨੇ ਨਾ ਹਾ ਦਾ ਨਾਰਾ ਮਾਰਿਆ ਸੀ। ਇਵੇਂ ਸਾਧ ਸੰਗਤ ਜੀ, ਜਿਹੜਾ ਇੱਕ ਨੇ ਗਲਤੀ ਕੀਤੀ ਹੈ, ਲਾਗੋ 4 ਜਾਣੇ ਹਾਮੀ ਭਰ ਦਿੰਦੇ, ਉਹਨਾਂ ਕਰਕੇ ਵੀ ਬਚਾਅ ਹੋ ਜਾਂਦਾ ਹੈ। ਬਾਕੀ ਇਹ ਵੀ ਗੱਲ ਹੈ ਕਿ ਸੰਬੰਧ ਕਰਕੇ ਵੀ ਜਿਹੜਾ ਦੁੱਖ ਆ ਜਾਂਦਾ ਹੈ, ਦੁੱਖ ਹੁੰਦਾ ਮਨੁੱਖ ਨੂੰ। ਜਦੋਂ ਬੰਦਾ ਮੈਂ ਮੇਰੀ ਕਰਦਾ, ਉਦੋਂ ਵੀ ਦੁੱਖ ਬੜਾ ਹੋ ਜਾਂਦਾ ਹੈ। ਅੱਜ ਜਿਵੇਂ ਕੋਈ ਹੁਣ ਚੜ੍ਹਾਈ ਕਰ ਜਾਏ, ਤੋ ਚੜ੍ਹਾਈ ਕਰਨ ਦੇ ਨਾਲ ਉਹਦੇ ਦੂਸਰੇ ਜਿਹੜੇ ਉਹਦੇ ਨਾਲ ਸੰਬੰਧ ਰੱਖਣ ਵਾਲੇ ਹੈ, ਮਾਂ ਪਿਓ ਭੈਣ ਭਰਾ,
ਚਾਚੀਆਂ ਤਾਈਆਂ ਭੂਆ ਨਾਨੀਆਂ ਮਾਮੀਆਂ ਇਤਿਆਦਿਕ ਜਿਹੜੇ ਰਿਸ਼ਤੇਦਾਰ ਹੈ ਤੇ ਉਹ ਰੋਈ ਪਿੱਟੀ ਜਾਂਦੇ। ਜੇ ਕੋਈ ਕਹੇ ਵੀ ਉਹ ਮਰਿਆ ਤੇ ਇੱਕ ਤੁਸੀਂ ਕਾਹਨੂੰ ਰੋਂਦੇ ਹੋ, ਉਹ ਕਹਿੰਦੇ ਵੀ ਸਾਡਾ ਸੀ, ਇਹ ਸਾਡਾ ਸੰਬੰਧ ਸੀ ਇਹਦੇ ਨਾਲ, ਸਾਡਾ ਫਲਾਣਾ ਲੱਗਦਾ ਸੀ, ਢਿੰਗਾਣਾ ਲੱਗਦਾ ਸੀ। ਉਹ ਸੰਬੰਧ ਕਰਕੇ ਸਾਰਿਆਂ ਨੂੰ ਫਿਰ ਦੁੱਖ ਹੁੰਦਾ ਹੈ, ਸਾਰਿਆਂ ਨੂੰ ਦੁੱਖ ਪਾਉਣਾ ਪੈਂਦਾ ਹੈ। ਇਹ ਸੰਬੰਧਿਤ ਕਰਕੇ ਜਦੋਂ ਮੈਂ ਮੇਰੀ ਕਰਨੀ ਹੈ ਉਦੋਂ ਬੜਾ ਦੁੱਖ ਹੈ। ਆ ਹੁਣ ਕਿਤੇ ਚੌਥੇ ਮਹੱਲੇ ਵਿੱਚ ਕੋਈ ਚੜ੍ਹਾਈ ਕਰ ਜੇ ਤੇ ਸਾਨੂੰ ਕੋਈ ਦੁੱਖ ਨਹੀਂ ਹੁੰਦਾ, ਕਿਉਂਕਿ ਸਾਡਾ ਸੰਬੰਧ ਕੋਈ ਨਹੀਂ ਉਹਦੇ ਨਾਲ। ਤੇ ਆਪਣਾ ਕੋਈ ਹੋ ਜਾਏ ਤੇ ਅਸੀਂ ਰੋਨੇ ਪਿੱਟਦੇ ਹਾਂ। ਇਵੇਂ ਸੰਬੰਧ ਕਰਕੇ ਵੀ ਦੁੱਖ ਹੈ। ਆ ਜਿਵੇਂ ਇੱਕ ਅੰਗ ਗਲਤੀ ਕਰ ਦੇਵੇ ਤੇ ਸਾਰੇ ਸਰੀਰ ਨੂੰ ਹੀ ਦੁੱਖ ਹੁੰਦਾ। ਚੋਰੀ ਇੱਕ ਹੱਥ ਨਾ ਕਰੋ ਤੇ ਸਾਰਾ ਪਿੰਡਾ ਹੀ ਨੀਲਾ ਕਰਦੇ ਅਗਲੇ ਕੁੱਟ-ਕੁੱਟ ਕੇ। ਤੇ ਉਹ ਕੀਤੀ ਚੋਰੀ ਹੱਥ ਨੇ ਹੈ, ਦੁੱਖ ਸਾਰੇ ਸਰੀਰ ਨੂੰ ਹੈ। ਸੰਬੰਧ ਕਰਕੇ ਦੁੱਖ ਹੈ। ਜਿਵੇਂ ਸਾਧ ਸੰਗਤ ਜੀ ਇੱਕ ਮਹਾਤਮਾ ਸਨ, ਬੜੇ ਵਿਦਵਾਨ, ਉਹਨਾਂ ਕੋਲ ਜ਼ਿਮੀਂਦਾਰ ਆ ਗਿਆ, ਕਹਿਣ ਲੱਗਾ ਵੀ ਗੁਰਬਾਣੀ ਵਿੱਚ ਬਚਨ ਆਉਂਦੇ ਹੈ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾ ਜਬ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਘਟੀਐ। ਮਹਾਂਪੁਰਸ਼ ਕਹਿੰਦੇ ਵੀ ਇਹਦਾ ਤਾਂ ਸਪਸ਼ਟ ਹੀ ਅਰਥ ਹੈ ਵੀ ਜਿਹੜੀ ਰਸਨਾ ਨਾਮ ਨਹੀਂ ਜਪਦੀ ਤੇ ਉਹ ਤਿਲ ਤਿਲ ਕਰਕੇ ਕੱਟੀ ਜਾਣੀ ਚਾਹੀਦੀ, ਕੱਟ ਦੇਣੀ ਚਾਹੀਦੀ। ਇਹ ਜ਼ਿਮੀਂਦਾਰ ਕਹਿੰਦਾ ਵੀ ਠੀਕ ਹੈ, ਚਲੋ ਜ਼ੁਬਾਨ ਨਹੀਂ ਜਪਦੀ ਨਾਮ, ਉਹਨੂੰ ਤਾਂ ਕੱਟਣਾ ਚਾਹੀਦਾ, ਪਰ ਦੂਸਰੇ ਸਰੀਰ ਨੂੰ ਕਾਹਨੂੰ ਦੁੱਖ ਹੋਣਾ ਵੀ ਉਹਨੂੰ ਕਾਹਦਾ ਦੁੱਖ ਦੇਣਾ, ਫਿਰ ਉਹਨੂੰ ਤਾਂ ਨਹੀਂ ਨਾ ਦੁੱਖ ਦੇਣਾ ਚਾਹੀਦਾ। ਤੇ ਮਹਾਂਪੁਰਸ਼ ਕਹਿਣ ਲੱਗੇ ਵੀ ਵੇਖ ਜ਼ਿਮੀਂਦਾਰਾ, ਇਹ ਜਿਹੜੀ ਜ਼ੁਬਾਨ ਹੈ ਇਹਦਾ ਸੰਬੰਧ ਹੈ ਸਾਰੇ ਸਰੀਰ ਨਾਲ, ਤੇ ਦੁੱਖ ਤੇ ਫਿਰ ਸਾਰੇ ਸਰੀਰ ਨੂੰ ਹੀ ਹੋਣਾ ਹੈ। ਇਹ ਕਹਿੰਦਾ ਨਹੀਂ ਜੀ ਮੈਂ ਨਹੀਂ ਮੰਨਦਾ, ਇਹ ਵੀ ਇੱਕ ਗੱਲ ਥੋੜ੍ਹੀ ਹੈ ਕਿ ਕਰੇ ਕੋਈ ਭਰੇ ਕੋਈ। ਉਹ ਕਹਿੰਦੇ ਨਹੀਂ ਨਹੀਂ ਜ਼ਿਮੀਂਦਾਰਾ ਇਸੇ ਤਰ੍ਹਾਂ ਹੀ ਹੁੰਦਾ ਆਇਆ ਤੇ ਹੁੰਦਾ ਹੈ। ਇਹ ਕਹਿੰਦਾ ਨਹੀਂ, ਇਹ ਤਾਂ ਬੇਇਨਸਾਫੀ ਹੈ, ਜ਼ੁਬਾਨ ਨਹੀਂ ਨਾਮ ਜਪਦੀ ਤੇ ਸਰੀਰ ਨੂੰ ਦੁੱਖ ਕਾਹਨੂੰ ਦੇਣਾ ਹੈ, ਸਰੀਰ ਨੂੰ ਦੁੱਖ ਤਾਂ ਨਹੀਂ ਨਾ ਹੋਣਾ ਚਾਹੀਦਾ। ਮਹਾਤਮਾ ਕਹਿਣ ਲੱਗੇ ਜ਼ਿਮੀਂਦਾਰਾ ਇਹ ਤਾਂ ਨਿਯਮ ਹੀ ਹੈ, ਪਹਿਲੇ ਦਿਨ ਤੋਂ ਹੀ ਇਹ ਚੱਲਦਾ ਹੀ ਆਇਆ ਹੈ। ਜਿੱਥੇ ਸੰਬੰਧ ਹੋਵੇ, ਜਿੱਥੇ ਮੇਰ ਤੇਰ ਹੋਵੇ, ਉੱਥੇ ਨਾਲ ਦੁਖੀ ਹੋਣਾ ਪੈਂਦਾ ਸਭ ਨੂੰ ਹੀ। ਇਹ ਕਹਿੰਦਾ ਮੈਂ ਨਹੀਂ ਜੀ ਮੰਨਦਾ, ਇਹ ਤਾਂ ਬਿਲਕੁਲ ਅਨਿਆਂ ਹੈ, ਬੇਇਨਸਾਫੀ ਹੈ ਕਿ ਕਰਨ ਵਾਲਾ ਕੋਈ ਦੁੱਖ ਦੂਸਰਾ ਨਾਲ ਐਵੇਂ ਭੋਗੀ ਜਾਏ। ਫਿਰ ਐਵੇਂ ਕਰੀ ਗਿਆ। ਅਖੀਰੀ ਕਹਿਣ ਲੱਗਾ ਵੀ ਮਹਾਤਮਾ ਜੀ ਥੋੜ੍ਹਾ ਮੈਨੂੰ ਖੋਲ੍ਹ ਕੇ ਸਮਝਾਓ, ਮੈਨੂੰ ਪਤਾ ਤਾਂ ਲੱਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਉਹ ਸੰਤ ਕਹਿਣ ਲੱਗੇ, ਚੰਗੇ ਵਿਦਵਾਨ ਹੀ ਸਨ, ਕਹਿੰਦੇ ਵੀ ਤੂੰ ਗੁੱਸਾ ਤਾਂ ਨਹੀਂ ਮੰਨਦਾ, ਜੇ ਤੈਨੂੰ ਹੀ ਖੋਲ੍ਹ ਕੇ ਚੰਗੀ ਤਰ੍ਹਾਂ ਹੀ ਸਮਝਾ ਦਈਏ ਤੇ। ਕਹਿੰਦਾ ਨਹੀਂ ਜੀ ਮੈਨੂੰ ਤੁਸੀਂ ਸਮਝਾਓ, ਗੁੱਸਾ ਕਾਹਨੂੰ ਕਰਨਾ, ਮੇਰੀ ਤਸੱਲੀ ਕਰਾਓ ਜਿਵੇਂ ਵੀ ਹੋ ਸਕਦੀ। ਉਹ ਸੰਤਾਂ ਨੇ ਫਿਰ ਚੰਗੀ ਤਰ੍ਹਾਂ ਬਣਾ ਸਵਾਰ ਕੇ ਉਹਦੀ ਭੈਣ ਦੀ ਗਾਲ ਕੱਢ ਦਿੱਤੀ। ਜਦੋਂ ਗਾਲ ਕੱਢ ਦਿੱਤੀ ਤੇ ਜ਼ਿਮੀਂਦਾਰ ਬਾਬਾ ਬੋਲਿਆ, ਕਹਿੰਦਾ ਤੁਸੀਂ ਮੇਰੀ ਭੈਣ ਨੂੰ ਕਾਹਨੂੰ ਗਾਲ ਕੱਢੀ। ਉਹ ਸੰਤ ਕਹਿਣ ਲੱਗੇ ਵੀ ਗਾਲ ਅਸੀਂ ਤੇਰੀ ਭੈਣ ਨੂੰ ਕੱਢੀ ਹੈ, ਵੀ ਤੈਨੂੰ ਕਾਹਦਾ ਦੁੱਖ। ਇਹ ਕਹਿੰਦਾ ਨਹੀਂ ਜੀ ਮੇਰੀ ਉਹ ਭੈਣ ਹੈ, ਤੁਸੀਂ ਕੌਣ ਹੁੰਦੇ ਗਾਲ ਕੱਢਣ ਵਾਲੇ। ਉਹ ਕਹਿੰਦੇ ਭੈਣ ਤੇਰੀ ਕਿਤੇ ਬੈਠੀ ਹੈ, ਤੂੰ ਕਿਤੇ ਹੈ, ਤੇਰੀ ਭੈਣ ਜਾਣੇ, ਉਹਨੂੰ ਦੁੱਖ ਹੋਵੇ, ਤੈਨੂੰ ਕਾਹਦਾ ਦੁੱਖ। ਇਹ ਕਹਿੰਦਾ ਨਹੀਂ ਮੇਰੀ ਉਹ ਭੈਣ ਹੈ, ਮੇਰੀ ਹੀ ਹੈ ਭੈਣ, ਜਦੋਂ ਮੇਰੀ ਕਰੀ ਗਿਆ ਵੀ ਮੇਰੀ ਭੈਣ ਹੈ। ਤੇ ਉਹ ਕਹਿੰਦੇ ਬਸ ਜੇ ਤੇਰੀ ਉਹ ਭੈਣ ਉਹ ਕਿਤੇ ਬੈਠੀ, ਤੈਨੂੰ ਇੱਥੇ ਦੁੱਖ ਹੋਇਆ ਨਾ ਸੰਬੰਧ ਕਰਕੇ। ਇਹ ਜਿਹੜੀ ਜ਼ੁਬਾਨ ਹੈ ਨਾ, ਇਹ ਤੇਰੇ ਸਾਰੇ ਸਰੀਰ ਦੀ ਭੈਣ ਹੈ। ਤੇਰੀ ਜ਼ੁਬਾਨ ਭੈਣ ਹੈ ਤੇ ਸਰੀਰ ਇਹਦਾ ਭਰਾ ਹੈ। ਸਾਰਿਆਂ ਨੂੰ ਦੁੱਖ ਭੋਗਣਾ ਪੈਂਦਾ ਨਾਲ ਦੀ ਨਾਲ ਹੀ। ਫਿਰ ਇਹ ਮੰਨ ਗਿਆ, ਕਹਿੰਦਾ ਵੀ ਹਾਂਜੀ ਮਹਾਤਮਾ ਜੀ ਠੀਕ ਹੈ, ਜਿੱਥੇ ਮੇਰ ਤੇਰ ਹੋਵੇ, ਜਿੱਥੇ ਨਾਲ ਸੰਬੰਧ ਹੋਵੇ, ਉੱਥੇ ਦੁੱਖ ਜ਼ਰੂਰ ਹੁੰਦਾ ਹੈ। ਜਿਵੇਂ ਕੋਈ ਗੁਨਾਹ ਕਰ ਦੇਵੇ ਗੁਆਂਢ ਵਿੱਚ
ਤੇ ਪੁਲਿਸ ਵਾਲੇ ਗਵਾਂਢੀਆਂ ਨੂੰ ਵੀ ਨਾਲ ਧੂਈ ਫਿਰਦੇ ਐ, ਨਾਲ ਜਿਹੜੇ ਕੋਈ ਭੈਣ ਭਰਾ ਸੰਬੰਧ ਰੱਖਣ ਵਾਲੇ, ਮਿਲਣ ਜੁਲਣ ਵਾਲੇ, ਸਕੇ ਸੰਬੰਧੀ, ਉਹ ਸਾਰਿਆਂ ਨੂੰ ਘਸੀਟੀ ਫਿਰਦੇ ਆ। ਚੌਥੇ ਮਹੱਲੇ 'ਚ ਜਾ ਕੇ ਤੇ ਕਿਸੇ ਨੂੰ ਨਹੀਂ ਫੜਦੇ, ਉਹਨਾਂ ਨੂੰ ਫੜਦੇ ਜਿਹਦੇ ਨਾਲ ਦਾ ਸੰਬੰਧ ਹੋਵੇ। ਇਵੇਂ ਸੰਬੰਧ ਕਰਕੇ ਸਾਧ ਸੰਗਤ ਜੀ ਦੁੱਖ ਹੁੰਦਾ ਹੈ। ਤਾਂ ਹੀ ਤੇ ਮਹਾਰਾਜ ਥਾਂ ਥਾਂ 'ਤੇ ਕਹਿੰਦੇ ਭਾਈ ਮੇਰੀ ਮੇਰੀ ਕਿਆ ਕਰ ਹੈ, ਵੀ ਮੇਰੀ ਮੇਰੀ ਤੂੰ ਕੀ ਕਰਦਾ ਹੈ। ਮੇਰੀ ਮੇਰੀ ਕਰਨ ਵਾਲਿਆਂ ਨੂੰ ਦੁੱਖ ਹੈ। ਹਉਮੈ ਕੀ ਕਰਦਾ, ਕੀ ਤੂੰ ਹਉਮੈ ਦਾ ਅਰਥ ਵੀ ਮੈਂ ਮੇਰੀ ਹੈ। ਇਹ ਵੀ ਕੀ ਕਹਿੰਦੇ, ਕਹਿੰਦਾ ਇਹਦੇ ਕਰਕੇ ਤੇ ਤੂੰ ਅੱਗੇ ਕਈ ਜਨਮ ਪਾਏ ਹੈ, ਕਈ ਜਨਮ ਤੂੰ ਮਰਦਾ ਆ, ਹਜੇ ਵੀ ਤੂੰ ਇਹ ਗੱਲ ਨਹੀਂ ਛੱਡਦਾ। ਫਿਰ ਤੂੰ ਤੰਗ ਫੇਰ ਹੋਏਗਾ, ਫਿਰ ਕਹੇਗਾ ਮਹਾਰਾਜ ਮੈਂ ਪਾਠ ਕਰਦਾ, ਮੈਨੂੰ ਪਰੇਸ਼ਾਨੀ ਬੜੀ ਹੈ। ਹਟਦਾ ਕਹਿੰਦੇ ਤੂੰ ਹੈਗਾ ਨਹੀਂ, ਉਹ ਹਉਮੈ ਕਰਨੋਂ, ਮੈਂ ਮੇਰੀ ਕਰਨੋਂ, ਇਹੀ ਹਾਲ ਤੇਰਾ ਹੋਇਆ ਪਿਆ ਹੈ। ਅਤੇ ਗੁਰੂ ਸਾਹਿਬ ਜੀ ਇੱਥੇ ਉਹ ਮਿੱਠੇ ਦੀਆਂ ਬੂੰਦਾਂ 2 ਕੁ ਪਵਾ ਕੇ ਭਾਈ ਮਰਦਾਨਾ ਜੀ ਦੇ ਪੇਟ 'ਤੇ ਕੀੜੀਆਂ ਚੜ੍ਹ ਗਈਆਂ। ਜਦੋਂ ਦੰਦੀ ਵੱਢੀ ਉਹ ਸਾਰੀਆਂ ਮਲ ਦਿੱਤੀਆਂ। ਅਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਮਰਦਾਨਿਆ ਵੀ ਕੀੜੀ ਨੇ ਇੱਕ ਨੇ ਦੰਦੀ ਵੱਢੀ ਹੈ, ਤੂੰ ਸਾਰੀਆਂ ਮਾਰ ਦਿੱਤੀਆਂ। ਇਸੇ ਤਰ੍ਹਾਂ ਜਿਹੜੇ ਐਮਣਾਬਾਦੀ ਪਠਾਨ ਸਨ, ਅਤੇ ਉਹ ਪਠਾਨ ਬੜੇ ਹੰਕਾਰੀ ਹੋਏ ਪਏ ਸੀ। ਅਤੇ ਜਿਹੜਾ ਪਠਾਨਾਂ ਦਾ ਹਾਕਮ ਸੀ ਬਾਬਰ ਦੀ ਉਹਦੇ ਨਾਲ ਲੱਗਦੀ ਸੀ, ਬਾਬਰ ਉਹਦੇ 'ਤੇ ਚਿੜਦਾ ਸੀ। ਅਤੇ ਹੁਣ ਜਦੋਂ ਪਠਾਨ ਉਹਨਾਂ ਦੇ ਹਾਕਮ ਨਾਲ ਹੀ ਬਾਬਰ ਦੀ ਲੱਗਦੀ ਹੈ, ਸਜ਼ਾ ਤਾਂ ਇੱਕ ਨੂੰ ਦੇਣੀ ਹੈ, ਅਤੇ ਜਿਹੜੀ ਪ੍ਰਜਾ ਉਹਨੇ ਤਾਂ ਦੁਖੀ ਆਪੇ ਹੀ ਹੋਣਾ। ਇੱਕ ਦੀ ਵਜ੍ਹਾ ਨਾਲ ਸਾਰਿਆਂ ਨੂੰ ਦੁੱਖ। ਇਸੇ ਤਰ੍ਹਾਂ ਮਰਦਾਨਿਆ ਜਿਹੜਾ ਇੱਕ ਕਰਕੇ ਕਈਆਂ ਨੂੰ ਸੰਬੰਧ ਰੱਖਣ ਵਾਲਿਆਂ ਨੂੰ ਨਾਲ ਹੀ ਦੁੱਖ ਆ ਜਾਂਦਾ। ਐਵੇਂ ਵਿਚਾਰ ਲਾਰੇ ਦੇ ਵਿੱਚ ਦੋਹਰਾ ਸਮਝਿਓ ਤਬ ਹਿਰਦੇ ਬਿਖਾਰ। ਭਾਈ ਮਰਦਾਨਾ ਹੁਣ ਸਿਆਣਾ ਸੀ, ਹਿਰਦੇ ਵਿੱਚ ਸੁਣ ਕੇ ਬੜੀ ਛੇਤੀ ਸਮਝ ਗਿਆ। ਜੋਰ ਹੱਥ ਹੋਇਆ ਦੀਨਾ, ਦੋਵੇਂ ਹੱਥ ਜੋੜੇ ਐ ਤੇ ਬਹੁਤ ਦੀਨ ਮਾਣਾ ਨਿਮਰਤਾ ਵਿੱਚ ਹੋ ਗਿਆ। ਮਨ ਕੀ ਬੂਝਹੁ ਸਰਬਗਤ, ਕਹਿਣ ਲੱਗਾ ਮਹਾਰਾਜ ਜੀ ਤੁਸੀਂ ਮਨ ਦੀਆਂ ਤੇ ਸਾਰੀਆਂ ਜਿਹੜੀਆਂ ਹਾਲਤਾਂ ਨਾ ਉਹ ਪਛਾਣ ਲੈਂਦੇ ਹੋ, ਜਾਣ ਲੈਂਦੇ ਹੋ, ਅੰਤਰਜਾਮੀ ਹੋ, ਹਰ ਇੱਕ ਦੇ ਮਨ ਦੀਆਂ ਜਾਣਨ ਵਾਲੇ ਹੋ। ਕਿਰਪਾ ਨਿਧਾਨ ਪਰਬੀਨਾ, ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਬਚਨਾਂ ਨਾਲ ਹੀ ਬੜੇ ਪ੍ਰੇਮ ਨਾਲ ਸਮਝਾਉਣ ਵਿੱਚ ਬੜੇ ਚਤਰ ਸਿਆਣੇ ਹੋ ਤੁਸੀਂ। ਚੌਪਈ ਇਸ ਬਿਦ ਬੈਸੇ ਕਰਤ ਬਿਲਾਸੋ, ਇਸ ਤਰ੍ਹਾਂ ਜਿਹੜਾ ਬੈਠੇ ਬੈਠੇ ਹੋਏ ਸਤਿਗੁਰੂ ਜੀ ਬਚਨ ਬਿਲਾਸ ਕਰਦੇ ਪਏ ਸਨ। ਸਤ ਸੰਗ ਜਗ ਭਗਤ ਪ੍ਰਕਾਸ਼ੋ, ਜੋ ਗੁਰੂ ਨਾਨਕ ਸਾਹਿਬ ਜੀ ਸਤ ਨਾਲ ਮੇਲ ਕਰਨ ਵਾਲੇ ਹੈ, ਸਤ ਦੇ ਮਿਲਾਪੀ ਹੈ, ਸਤ ਨਾਲ ਮੇਲ ਮਿਲਾਪ ਕਰ ਦੇਣ ਵਾਲੇ ਹੈ, ਅਤੇ ਸੰਸਾਰ ਵਿੱਚ ਪਰਮੇਸ਼ਰ ਦੀ ਭਗਤੀ ਨੂੰ ਪ੍ਰਕਾਸ਼ ਪ੍ਰਗਟ ਕਰਨ ਵਾਲੇ ਹਨ। ਲਾਲੋ ਦਵਿਜ ਪੁਰ ਮਹਿਤਬ ਆਏ, ਇੰਨੇ ਨੂੰ ਜੋ ਭਾਈ ਲਾਲੋ ਹੈ ਅਤੇ ਉਹ ਬ੍ਰਾਹਮਣ ਜਿਹੜੇ ਐਮਣਾਬਾਦ ਤੋਂ 4 ਕੋਹ ਦੂਰ ਸੁੱਕੇ ਤਲਾਬ ਵਿੱਚ ਨਿਵਾਸ ਜਿਨ੍ਹਾਂ ਕੀਤਾ ਸੀ ਗੁਰੂ ਦੇ ਬਚਨਾਂ ਨਾਲ, ਉਹ ਵੀ ਐਮਣਾਬਾਦ ਸ਼ਹਿਰ ਵਿੱਚ ਤਦੋਂ ਆ ਗਏ। ਨਿਜ ਪਰਿਵਾਰ ਨਕੇਤ ਬਸਾਏ, ਆਪਣੇ ਜਿਹੜੇ ਪਰਿਵਾਰ ਹੈ ਘਰਾਂ ਵਿੱਚ ਲਿਆ ਕੇ ਆ ਵਸਾਏ ਹੈ। ਸਰਬ ਬਿਰਤਾਂਤ ਇਹ ਦੇਖ ਪੁਰ ਕੇਰਾ, ਸਾਰਾ ਹੀ ਹਾਲ ਜਿਹੜਾ ਹੈ ਐਮਣਾਬਾਦ ਸ਼ਹਿਰ ਦਾ ਦੇਖ ਕੇ ਮਹਾ ਭਿਆਨ ਲੱਗਹਿ ਚਾਹ ਫੇਰਾ, 4 ਚੁਫੇਰਾ ਇਹ ਸ਼ਹਿਰ ਦਾ ਬੜਾ ਭਿਆਨਕ ਡਰਾਉਣਾ ਹੀ ਲੱਗ ਰਿਹਾ ਸੀ। ਪੁਨ ਦੋਨੋਂ ਪ੍ਰਭ ਟਿਗ ਚੱਲ ਆਏ, ਫਿਰ ਦੋਨੋਂ ਜਾਣੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਚੱਲ ਕੇ ਆ ਗਏ। ਪਦ ਪੰਕਜ ਪਰ ਪਰ ਲਪਟਾਏ, ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਉੱਪਰ ਪੈ ਕੇ ਤੇ ਲੱਗ ਗਏ। ਭਾਨ ਸਮਾਨ ਸਰੂਪ ਨਿਹਾਰਾ, ਗੁਰੂ ਸਾਹਿਬ ਜੀ ਦਾ ਚਮਕਦੇ ਪ੍ਰਕਾਸ਼ ਵਾਲੇ ਸੂਰਜ ਵਾਂਗ ਸੋਹਣਾ ਸਰੂਪ ਦੇਖਿਆ ਹੈ। ਅੰਬਕ ਅੰਬੁਜ ਬਿਕਸੇ ਚਾਰਾ, ਸੂਰਜ ਸਮਾਨ ਗੁਰੂ ਜੀ ਦਾ ਸਰੂਪ ਦੇਖ ਕੇ ਜਿਹੜੇ ਕਮਲਾਂ ਵਰਗੇ ਇਹਨਾਂ ਦੇ ਨੇਤਰ ਹੈ, ਉਹ ਨੇਤਰ ਕਮਲਾਂ ਵਾਂਗ ਬੜੇ ਸੋਹਣੇ ਖਿੜ ਗਏ, ਖੁੱਲ੍ਹ ਗਏ। ਉਸਤਤ ਭਾਂਤ ਕੀ ਉਸਤਤ
ਅਨਕ ਭਾਂਤ ਕੀ ਉਸਤਤ ਠਾਨੀ ਅਨੇਕਾਂ ਤਰ੍ਹਾਂ ਦੀ ਜਿਹੜੀ ਹੈ ਗੁਰੂ ਸਾਹਿਬ ਜੀ ਦੀ ਉਸਤਤ ਕੀਤੀ। ਪਰਮ ਪ੍ਰਸੀਦਤ ਭੇ ਗੁਣ ਖਾਨੀ ਗੁਣਾਂ ਦੀ ਖਾਣ ਗੁਰੂ ਨਾਨਕ ਸਾਹਿਬ ਜੀ ਬਹੁਤ ਹੀ ਬ੍ਰਾਹਮਣ ਤੇ ਭਾਈ ਲਾਲੋ ਤੇ ਪ੍ਰਸੰਨ ਹੋਏ। ਦੋਨੋਂ ਨਗਰ ਦਿਖਾ ਪਨ ਜਾਏ ਫਿਰ ਦੋਨੋਂ ਜਾਣੇ ਐਮਣਾਬਾਦ ਨਗਰ ਵਿੱਚ ਜਾ ਕੇ ਅਨਕ ਪ੍ਰਕਾਰਨ ਮਹਿਮਾ ਗਾਏ ਅਨੇਕਾਂ ਤਰ੍ਹਾਂ ਨਾਲ ਸਤਿਗੁਰ ਜੀ ਦੀ ਮਹਿਮਾ ਗਾਈ। ਵੀ ਇਹ ਲੋਕੋ ਜਿਹੜੇ ਬਾਰ-ਬਾਰ ਬੈਠੇ ਹੋ ਨਾ ਦਰਵੇਸ਼ ਗੁਰੂ ਨਾਨਕ ਸਾਹਿਬ, ਉਹਨਾਂ ਦੇ ਜਾ ਕੇ ਚਰਨੀ ਪੈ ਜਾਓ ਜੇ ਭਲਾ ਚਾਹੁੰਦੇ ਹੋ ਤਾਂ। ਹਿੰਦੂ ਤੁਰਕ ਹੁਤੇ ਸਭ ਜੇ ਜਿਹੜੇ ਜਿੰਨੇ ਵੀ ਹਿੰਦੂ ਮੁਸਲਮਾਨ ਹੈਗੇ ਸੀ ਬਚੇ ਖੁਚੇ, ਆਨ ਚਰਨ ਲਪਟਾਨੇ ਤੇ ਉਹ ਸਾਰੇ ਆਣ ਕੇ ਗੁਰੂ ਜੀ ਦੇ ਚਰਨਾਂ ਨਾਲ ਲੱਗ ਗਏ। ਪੀਰ ਭਾਈ ਚਾਹ ਦੇਸ਼ ਜਗਤ ਸਾ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਦੇ ਚਾਰੇ ਤਰਫ ਹੀ ਬੜੀ ਭੀੜ ਹੋ ਗਈ, ਲੱਗ ਗਈ। ਸਤਨਾਮ ਦੀਨੋ ਉਪਦੇਸਾ ਕਿ ਇਹ ਲੋਕ ਅੱਗੋਂ ਨਾ ਦੁਖੀ ਹੋਣ, ਸੁਖੀ ਰਹਿਣ। ਸਤਨਾਮ ਵਾਹਿਗੁਰੂ ਦਾ ਉਪਦੇਸ਼ ਸਾਰਿਆਂ ਨੂੰ ਦਿੱਤਾ। ਸੰਤ ਤਿਥ ਕੀ ਸੇਵਾ ਕਰਨੀ ਨਾਲ ਹੀ ਇਹ ਕਿਹਾ ਵੀ ਭਾਈ ਆਏ ਗਏ ਸੰਤ ਸਾਧੂ ਦੀ, ਭੁੱਖੇ ਕਿਸੇ ਗਰੀਬ ਗੁਰਬੇ ਦੀ, ਜਿਹਨੇ ਕਿਸੇ ਨੇ ਭੋਜਨ ਛਕਣਾ ਹੋਵੇ ਉਹਦੀ ਸੇਵਾ ਕਰਨੀ। ਅੱਗੇ ਤੋਂ ਐਵੇਂ ਧੱਕੇ ਮਾਰ ਕੇ ਸੱਟਾਂ ਨਹੀਂ ਲਾਉਣੀਆਂ ਸੰਤਾਂ ਸਾਧਾਂ ਨੂੰ। ਇਹ ਕੀ ਮਹਿਮਾ ਬਹੁ ਵਿਦ ਬਰਨੀ ਜਿਹੜੀ ਸੰਤਾਂ ਦੀ ਸਾਧੂਆਂ ਦੀ ਸੇਵਾ ਕਰਨੀ ਨਾ, ਉਸ ਸੇਵਾ ਦੀ ਮਹਿਮਾ ਗੁਰੂ ਸਾਹਿਬ ਜੀ ਨੇ ਬਹੁਤ ਤਰ੍ਹਾਂ ਨਾਲ ਕਹੀ ਦੱਸੀ ਹੈ। ਦੋ ਦਿਨ ਪੌਨ ਪ੍ਰਭ ਤਹਾਂ ਬਿਤਾਏ 2 ਦਿਨ ਮਹਾਰਾਜ ਜੀ ਨੇ ਐਮਣਾਬਾਦ ਰੋੜੀ ਸਾਹਿਬ ਵਾਲੇ ਸਥਾਨ ਤੇ ਬਿਤਾਏ ਹੈ, ਲੰਘਾਏ ਹੈ। ਗਮਨੇ ਅਪਰ ਥਾਨ ਮਨ ਪਾਏ ਫਿਰ ਜਿੱਧਰ ਗੁਰੂ ਜੀ ਦੇ ਮਨ ਨੂੰ ਭਾਇਆ ਨਾ ਚੰਗਾ ਲੱਗਾ, ਹੋਰ ਥਾਂ ਨੂੰ ਚੱਲ ਪਏ। ਸੰਤਨ ਚੀਰ ਸਰੀਰ ਸਾਜਹ ਸਤਿਗੁਰੂ ਜੀ ਦੇ ਸਰੀਰ ਉੱਪਰ ਜੋ ਸੰਤਾਂ ਵਾਲੇ ਬਸਤਰ ਕੱਪੜੇ ਬੜੇ ਸਜ ਰਹੇ ਹੈ, ਭੰਗਵੇਂ ਕੰਖਾਏ ਕੱਪੜੇ ਪਹਿਨੇ ਆ ਗੁਰੂ ਜੀ ਨੇ। ਸੁਭਗ ਸਤਾਸਤ ਸ਼ਮਸ ਬਿਰਾਜਹ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਦਾੜਾ ਬੜਾ ਸ੍ਰੇਸ਼ਟ ਚਿੱਟਾ ਕਾਲਾ ਬਿਰਾਜ ਰਿਹਾ, ਸਜ ਰਿਹਾ ਹੈ। ਤੀਨ ਲੋਕ ਕੋ ਕਰਤਾ ਜੋ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ, ਜੋ ਗੁਰੂ ਨਾਨਕ ਸਾਹਿਬ ਤਿੰਨਾਂ ਲੋਕਾਂ ਦੇ ਕਰਤਾ ਹਰਤਾ ਹਨ। ਵੇਖ ਫਕੀਰੀ ਵਿਚਰਤ ਸੋ ਉਹ ਪਰਮਾਤਮਾ ਜੋ ਰਾਜਿਆਂ ਦੇ ਰਾਜੇ ਹੈ, ਫਕੀਰਾਂ ਵਾਲੇ ਭੇਖ ਭਾਵ ਭੰਗਵੇਂ ਕੱਪੜੇ ਪਾ ਕੇ ਵਿਚਰ ਰਹੇ ਹੈ। ਤੇ ਇੱਥੇ ਭੰਗਵੇਂ ਕੱਪੜੇ ਪਾ ਲਓ ਤੇ ਲੋਕਾਂ ਨੇ ਕਹਿਣਾ ਲਓ ਵੀ ਇਹਦਾ ਤੇ ਸਤਿਆਨਾਸ਼ ਹੋ ਗਿਆ, ਤੇ ਹੁਣ ਬਣ ਗਿਆ ਬਾਬਾ ਸਾਧ। ਮੰਦ ਮੰਦ ਮਗ ਬਿਖੈ ਸਹਾਏ ਰਸਤੇ ਵਿੱਚ ਮਹਾਰਾਜ ਹੌਲੀ ਹੌਲੀ ਚੱਲਦੇ ਬੜੇ ਸੋਭਨੀਕ। ਸਸਰੇ ਨਗਰ ਨਿਕਟ ਚਲ ਆਏ ਮਹਾਰਾਜ ਦੀ ਮੌਜ ਹੈ। ਆਪਣੇ ਸਹੁਰੇ ਨਗਰਾ ਬਟਾਲੇ ਪੱਖੋ ਕੇ ਰੰਧਾਵਾ ਦੇ ਨੇੜੇ ਚੱਲ ਕੇ ਆ ਗਏ। ਵਹਿਰ ਅਜਿੱਤੇ ਕੂਪ ਸਹਾਇਆ ਜਿੱਥੇ ਅਜਿੱਤੇ ਚੌਧਰੀ ਦਾ ਖੂਹ ਸੋਭਨੀਕ ਵਾਰ-ਵਾਰ ਬਟਾਲੇ ਸ਼ਹਿਰ ਤੋਂ ਹੈਗਾ ਸੀ, ਜੋ ਹਿੱਤਾ ਪੈਂਚ ਸੀ, ਤੇ ਇਹਦਾ ਹੀ ਪਟਵਾਰੀ ਸੀ ਇੱਥੇ ਮੂਲ ਚੰਦ ਗੁਰੂ ਜੀ ਦਾ ਸਹੁਰਾ। ਤੇ ਇਹ ਹਿੱਤੇ ਪੈਂਚ ਦਾ ਪੁੱਤਰ ਸੀ ਅਜਿੱਤਾ। ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਦੀ ਹੋਈ ਹੈ ਬਟਾਲੇ ਨਗਰ ਪੱਖੋ ਕੇ ਰੰਧਾਵਾ, ਤੇ ਮੂਲ ਚੰਦ ਜਦੋਂ ਹਿੱਤੇ ਪੈਂਚ ਕੋ ਗਿਆ ਸੀ ਤੇ ਹਿੱਤੇ ਪੈਂਚ ਨੇ ਕਿਹਾ ਵੀ ਮੂਲ ਚੰਦ ਤੂੰ ਮੈਨੂੰ ਪੁਰਾਣਾ ਤੋਂ ਵੀ ਪਿਆਰਾ ਹੈ, ਪਰ ਮੇਰਾ ਸਰੀਰ ਬੁੱਢਾ ਹੋ ਗਿਆ, ਹੁਣ ਮੇਰੇ ਕੋਲ ਚੱਲਿਆ ਨਹੀਂ ਜਾਂਦਾ। ਕੋਲ ਹੀ ਖਲੋਤੇ ਆਪਣੇ ਪੁੱਤਰ ਨੂੰ ਕਿਹਾ, ਪੁੱਤਰ ਅਜਿੱਤੇ ਗੁਰੂ ਨਾਨਕ ਸਾਹਿਬ ਜੀ ਦੀ ਬਰਾਤ ਆਈ ਹੈ, ਇਹਨਾਂ ਦੇ ਜਵਾਈ ਹੈ ਮੂਲ ਚੰਦ ਦੇ, ਤੇ ਇਹ ਆਪਣਾ ਪਟਵਾਰੀ ਹੈ, ਇਸ ਕਰਕੇ ਤੂੰ ਇਹਨਾਂ ਦੇ ਨਾਲ ਮਿਲ ਜੁਲ ਕੇ ਸਾਰੇ ਕੰਮ ਧੰਦੇ ਕਰਾ। ਜਿੱਥੇ ਇਹ ਮੂਲ ਚੰਦ ਹੋਵੇ ਨਾਲ ਨਾਲ ਹੀ ਰਹਿਣਾ ਹੈ। ਤੇ ਜੋ ਅਜਿੱਤਾ ਸੀ ਇਹ ਬੜਾ ਸ਼ਰਧਾਲੂ ਮਹਾਰਾਜ ਦਾ ਵੀ ਬਾਅਦ ਵਿੱਚ ਹੋਇਆ ਹੈ। ਤੇ ਭਾਈ ਅਜਿੱਤੇ ਨੇ ਗੁਰੂ ਆਪਣੇ ਪਿਤਾ ਦਾ ਹੁਕਮ ਮੰਨ ਕੇ ਗੁਰੂ ਜੀ ਦੇ ਸਹੁਰੇ ਨਾਲ ਰਹਿ ਕੇ ਸਾਰੇ ਕੰਮਾਂ ਵਿੱਚ ਬਰਾਤ ਵਿੱਚ ਅੱਗੇ ਵੱਧ ਚੜ੍ਹ ਕੇ ਕੰਮ ਕੀਤੇ ਸਨ। ਤੇ ਹੁਣ ਹਿੱਤਾ ਪੈਂਚ ਜਿਹੜਾ ਉਹਦਾ ਪੁੱਤਰ ਅਜਿੱਤਾ ਹੈ, ਇਹ ਚੌਧਰੀ ਬਣ ਗਿਆ ਸੀ।
ਇਹਦਾ ਖੂਹ ਸੀ ਸੋਭਨੀਕ ਸ਼ਹਿਰ ਤੋਂ ਬਾਰ-ਬਾਰ। ਹੋਤੀ ਸਗਨ ਸੁੰਦਰ ਤਿਹ ਛਾਇਆ। ਉਸ ਖੂਹ ਦੇ ਉੱਪਰ ਬੜੀ ਸੋਹਣੀ ਰੁੱਖਾਂ ਬ੍ਰਿਛਾਂ ਦੀ ਸੰਘਣੀ ਛਾਂ ਹੈਗੀ ਸੀ। ਦੇਖ ਥਾਨਾ ਰਮਣੀਕ ਗੁਸਾਈ। ਸੰਸਾਰ ਦੇ ਸਾਈਂ ਗੁਰੂ ਨਾਨਕ ਸਾਹਿਬ ਜੀ ਖੂਹ ਦੇ ਉੱਪਰ ਸੋਹਣੀ ਥਾਂ ਦੇਖ ਕੇ ਬੈਠ ਗਏ ਹਮ ਸੋਧ ਬਚਾਈ। ਭਾਈ ਬਾਲਾ ਜੀ ਕਹਿੰਦੇ ਆ ਗੁਰੂ ਅੰਗਦ ਦੇਵ ਸਾਹਿਬ ਜੀ, ਸਾਡੇ ਨਾਲ ਮਹਾਰਾਜ ਹੱਸਦਿਆਂ ਬਚਨ ਵਿਲਾਸ ਕਰਦਿਆਂ ਕਰਦਿਆਂ ਹੀ ਬੈਠ ਗਏ ਉੱਥੇ। ਸਾਲ ਵਿਸਾਲ ਕੀਨ ਸਭ ਦੇਸਾ। ਕਹਿਣ ਲੱਗੇ ਭਾਈ ਬਾਲਾ ਮਰਦਾਨਾ, ਆਪਾਂ ਸਾਰੇ ਦੇਸ਼ਾਂ ਦਾ ਵੀ ਬੜਾ ਤਗੜਾ ਹੀ ਸੈਲ ਸਪਾਟਾ ਕੀਤਾ ਹੈ। ਤੀਨ ਦੇਸ ਐਸ ਜਗ ਤੇਸਾ। ਚਲੋ ਪਰਮਾਤਮਾ ਜੋ ਸੰਸਾਰ ਦਾ ਈਸ਼ਰ ਮਾਲਕ ਹੈ, ਉਹਦੀ ਐਸੀ ਆਗਿਆ ਹੈ ਸੀ, ਐਸਾ ਹੀ ਉਹਦੀ ਜਿਹੜਾ ਹੁਕਮ ਸੀ, ਉਸੇ ਤਰ੍ਹਾਂ ਹੀ ਆਪਾਂ ਹੁਕਮ ਅਨੁਸਾਰ ਹੀ ਸੈਲ ਸਪਾਟਾ ਕੀਤਾ ਹੈ। ਕਿਤਕ ਕਾਲ ਅਬ ਬੈਸ ਬਿਤਾਵਾ। ਬਹੁਤ ਸਮਾਂ ਹੁਣ ਆਪਾਂ ਤੁਰ ਫਿਰ ਕੇ ਵਿਚਾਰ ਲਿਆ ਹੈ, ਬਿਤਾ ਲਿਆ ਹੈ। ਤੇ ਭਾਈ ਬਾਲਾ ਹੁਣ ਕਿਤਨਾ ਕੁ ਸਮਾਂ ਜਿਹੜਾ ਆਪਾਂ ਹੁਣ ਬੈਠ ਕੇ ਬਿਤਾਈਏ, ਲੰਘਾਈਏ। ਮਗਨ ਆਨੰਦ ਪ੍ਰਭੂ ਗੁਣ ਗਾਵਾ। ਪ੍ਰਭੂ ਪਰਮੇਸ਼ਰ ਦੇ ਗੁਣ ਗਾਈਏ, ਆਨੰਦ ਵਿੱਚ ਮਸਤ ਹੋਇਆ। ਮਾਨੁਖ ਏਕ ਬਿਲੋਕਤ ਦੌਰਾ। ਗੁਰੂ ਮਹਾਰਾਜ ਤੇ ਐਸੇ ਬਚਨ ਕਰ ਰਹੇ ਸਨ। ਇੰਨੇ ਨੂੰ ਜਿਹੜਾ ਇੱਕ ਮਨੁੱਖ ਇਸ ਪਿੰਡ ਦਾ ਦੌੜ ਵੇਖ ਕੇ ਮਹਾਰਾਜ ਨੂੰ ਦੌੜਿਆ ਹੈ। ਸਦ ਕੀਨੀ ਮੋਲਾ ਜਿਸ ਠੌਰਾ। ਜਿਸ ਥਾਂ ਤੇ ਗੁਰੂ ਜੀ ਦਾ ਸਹੁਰਾ ਮੂਲ ਚੰਦ ਬੈਠਾ ਹੋਇਆ ਸੀ, ਉੱਥੇ ਜਾ ਖਬਰ ਕੀਤੀ ਹੈ। ਰਹਿਰਜ ਮਾਤਾ ਆਇਓ ਤੇਰੋ। ਉਹ ਮੂਲ ਚੰਦ ਤੇਰਾ ਵਾਰ-ਵਾਰ ਪਿੰਡ ਤੋਂ ਖੂਹ ਦੇ ਉੱਪਰ ਜਵਾਈ ਆਇਆ ਹੋਇਆ ਹੈ। ਨਿਕਸੇ ਜਿਹ ਭਾ ਕਾਲ ਕਨੇਰੋ। ਜਿਸ ਤੇਰੇ ਜਵਾਈ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਥਾਂ ਤੋਂ ਗਿਆ ਹੋਇਆ ਬਹੁਤ ਹੀ ਜਿਹੜਾ ਸਮਾਂ ਹੋ ਗਿਆ ਹੈ। ਸਦ ਸੁਨ ਕਾ ਤੋਰਨ ਉਠਤਾਇਓ। ਗੁਰੂ ਸਾਹਿਬ ਜੀ ਦੇ ਆਉਣ ਦੀ ਖਬਰ ਸੁਣ ਕੇ ਮੂਲ ਚੰਦ ਦੇ ਬੜੀ ਛੇਤੀ ਉੱਠ ਕੇ ਦੌੜਿਆ। ਸੰਗ ਜਿੱਤੇ ਕੋਲੇ ਆਇਓ। ਅਜਿੱਤੇ ਚੌਧਰੀ ਨੂੰ ਨਾਲ ਹੀ ਲੈ ਆਇਆ ਹੈ। ਰੱਬ ਕੋ ਰਹਿਓ ਕ੍ਰੋਧ ਔਰ ਪੂਰੀ। ਜੋ ਕਿ ਗੁਰੂ ਜੀ ਦਾ ਸਹੁਰਾ ਮੂਲ ਚੰਦ ਕਦੋਂ ਦਾ ਕ੍ਰੋਧ ਹਿਰਦੇ ਵਿੱਚ ਪੂਰਾ ਭਰ ਕੇ ਰਹਿ ਰਿਹਾ ਸੀ। 12 ਸਾਲ ਹੋ ਗਏ ਸੀ ਗੁੱਸਾ ਦਬਾਏ ਹੋਏ ਨੂੰ। ਵੇਖ ਫਕੀਰੀ ਦੇਖਿਓ ਦੂਰੀ। ਜਦੋਂ ਇਹ ਮਹਾਰਾਜ ਜੀ ਦਾ ਫਕੀਰਾਂ ਵਾਲਾ ਭੇਖ ਦੂਰੋਂ ਹੀ ਦੇਖਿਆ ਹੈ। ਅਧਿਕ ਕ੍ਰੋਧ ਹਿਰਦੇ ਮਹਿ ਹੋਵਾ। ਹਿਰਦੇ ਵਿੱਚ ਤੇ ਬੜਾ ਸਾਰਾ ਕ੍ਰੋਧ ਹੀ ਹੋ ਗਿਆ, ਗੁੱਸਾ ਹੀ ਚੜ ਗਿਆ ਵੀ ਆਹ ਕੀ ਬਣੇ ਫਿਰਦੇ ਐ। ਗਇਓ ਸਮੀਪ ਠਾਂਡ ਹੋਇਆ ਜੋਵਾ। ਮਹਾਰਾਜ ਜੀ ਦੇ ਕੋਲ ਚਲਿਆ ਗਿਆ ਤੇ ਕੋਲ ਖਲੋ ਕੇ ਦੇਖਿਆ। ਬਹੁ ਕਠੋਰ ਮੁਖ ਬਚਨ ਅਲਾਵਾ। ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਜੀ ਦਾ ਜੋ ਸਹੁਰਾ ਮੂਲ ਚੰਦ ਹੈ, ਮਹਾਰਾਜ ਜੀ ਦਾ ਫਕੀਰੀ ਭੇਖ ਦੇ ਕੇ ਤੇ ਬੜੇ ਸਖਤ ਕਰੜੇ ਬਚਨ ਕਹਿਣ ਲੱਗਾ। ਛਾਤੀ ਦਾਹ ਕਰਨ ਤੁਮ ਆਵਾ। ਉਹ ਗੁਰੂ ਨਾਨਕ ਜਵਾਈਆ, ਮੇਰੀ ਛਾਤੀ ਸਾੜਨ ਵਾਸਤੇ ਤੂੰ ਫੇਰ ਆ ਗਿਆ ਹੈ। ਲਿਖ ਹੈ ਸਹੋਦਰ ਜਬ ਇਸ ਚਾਲਾ। ਉਹ ਜਦੋਂ ਮੇਰੇ ਜਵਾਈਆ ਗੁਰੂ ਨਾਨਕ ਤੇਰੀ ਇਹ ਚਾਲ ਰੀਤੀ, ਤੇਰਾ ਭੇਖ ਮੇਰੇ ਸਗੇ ਭਰਾ ਦੇਖਣਗੇ। ਪੀੜਾ ਵਿਆਪੈ ਮਜਹਦ ਕਾਲਾ। ਤੇ ਮੈਨੂੰ ਤੇ ਉਦੋਂ ਦੇਖ ਕੇ ਉਹ ਜਦੋਂ ਉਹ ਵੇਖਣਗੇ, ਮੈਨੂੰ ਤੇ ਬਹੁਤੀ ਪੀੜਾ ਹੋਏਗੀ, ਬੜਾ ਦੁੱਖ ਹੋਏਗਾ। ਮੈਂ ਤੇ ਪਹਿਲਾਂ ਹੀ ਬੜਾ ਦੁਖੀ ਆ। ਨਿਜ ਇਸਤਰੀ ਤਾਜ ਕਰ ਸਦ ਦੋ। ਵੀ ਆਪਣੀ ਤੂੰ ਵੇਖ, ਆਪਣੀ ਇਸਤਰੀ ਸੁਲੱਖਣੀ ਮੇਰੀ ਪੁੱਤਰੀ ਨੂੰ ਛੱਡ ਕੇ ਲਖਮੀ ਦਾਸ ਸ਼੍ਰੀ ਚੰਦ ਦੋਹਾਂ ਪੁੱਤਰਾਂ ਨੂੰ ਛੱਡ ਕਰਕੇ ਨਹੀਂ ਆਏ ਸੁਧ ਲੀਨੀ ਕੋ। ਕਦੀ ਵੀ ਤੂੰ ਆ ਕੇ ਮੇਰੇ ਜਵਾਈਆ ਆ ਕੇ ਖਬਰ ਹੀ ਨਹੀਂ ਲਈ ਵੀ ਆ ਮੈਂ ਪਿੱਛੇ ਵੀ ਵੇਖ ਲਾਂ ਕਿਸੇ ਨੂੰ ਛੱਡ ਕੇ ਆ, ਕੋਈ ਹੈਗਾ ਕਿ ਜਾਂ ਨਹੀਂ ਹੈਗਾ। ਦੋਹਰਾ ਸ੍ਰੀ ਚੰਦ ਜਹ ਰਾਮ ਕਰ। ਇਹ ਮੂਲ ਚੰਦ ਕਹਿ ਲੱਗਾ, ਵੇਖੋ ਆਂਦਾ ਜਿੱਤੇ ਵੱਲ, ਚੌਧਰੀ ਵੱਲ ਨੇਤਰ ਅੱਖਾਂ ਦੀਆਂ ਘੁਮਾ ਘੁਮਾ ਕੇ ਕਹਿੰਦਾ ਵੇਖੋ, ਜਦੋਂ ਆ ਜੈ ਰਾਮ ਭਾਵ ਬੇਬੇ ਨਾਨਕੀ ਜੀ ਦੇ ਪਤੀ ਇਸ ਸੁਲਤਾਨਪੁਰ ਵਿੱਚ ਜੈ ਰਾਮ ਦੇ ਘਰ ਵਿੱਚ
ਇਹ ਵੱਡਾ ਸੁਪੁੱਤਰ ਸ਼੍ਰੀ ਚੰਦ ਰਹਿੰਦਾ ਸੀ। ਕੀਨੇ ਆਨੰਦ ਬਿਸਾ ਕੀਨੇ ਆਨੰਦ ਬਿਲਾਸ। ਤੇ ਉੱਥੇ ਸ਼੍ਰੀ ਚੰਦ ਨੇ ਰਹਿ ਕੇ ਬੜੇ ਆਨੰਦ ਮਾਣੇ ਐ। ਜਬ ਕੋ ਤਿਨ ਪਰਲੋਕ ਪਾ। ਜਦੋਂ ਦਾ ਹੀ ਉਹ ਜੈ ਰਾਮ ਦਾ ਤੇ ਇਸੇ ਤਰ੍ਹਾਂ ਬੀਬੀ ਨਾਨਕੀ ਜੀ ਦਾ ਪਰਲੋਕ ਗਮਨ ਹੋ ਗਿਆ ਹੈ, ਸੱਚਖੰਡ ਗਮਨ ਕਰ ਗਏ ਐ। ਆਇਓ ਮੋਰ ਆਵਾਸ। ਤੇ ਹੇ ਗੁਰੂ ਨਾਨਕ ਸਾਹਿਬ ਮੇਰੇ ਜਵਾਈ, ਉਦੋਂ ਦਾ ਤੇਰਾ ਪੁੱਤਰ ਸ਼੍ਰੀ ਚੰਦ ਵੀ ਮੇਰੇ ਘਰ ਵਿੱਚ ਹੀ ਆ ਗਿਆ ਹੈ। ਚੌਪਈ ਸਭ ਕੀ ਮੈਂ ਪ੍ਰਤਪਾਲਨ ਕੀਨੀ। ਸਾਰਿਆਂ ਦੀ ਵੇਖਣਾ ਸਾਦਾ ਮੇਰੇ ਜਵਾਈਆ, ਮੈਂ ਪ੍ਰਤਪਾਲਣਾ ਕੀਤੀ, ਪਾਲੇ ਪੋਸੇ ਐ। ਨਹੀਂ ਆਏ ਇਨ ਕਬ ਸੁਧ ਲੀਨੀ। ਤੇ ਤੁਸੀਂ ਦੇ ਕਦੀ ਆ ਕੇ ਇਹਨਾਂ ਦੀ ਖਬਰ ਸਾਰੀ ਨਹੀਂ ਲਈ ਵੀ ਇਹ ਕਿੱਥੇ ਹੈਗੇ ਐ। ਹੁਣ ਹੁਤ ਫਕੀਰ ਜੇ ਆਸੇ। ਅਜਿੱਤੇ ਚੌਧਰੀ ਵੱਲ ਵੇਖ ਕੇ ਕਹਿਣ ਲੱਗਾ, ਗੁਰੂ ਜੀ ਦਾ ਸਹੁਰਾ ਕਹਿੰਦਾ, ਵੇਖੋ ਚੌਧਰੀ ਸਾਹਿਬ ਜੀ, ਜੇ ਇਸ ਮੇਰੇ ਜਵਾਈ ਨੇ ਆ ਸਾਧ ਹੀ ਬਣਨਾ ਸੀ, ਫਕੀਰ ਹੀ ਹੋਣਾ ਸੀ, ਨਿਜ ਪਰਿਵਾਰ ਸਹੇਰਿਓ ਕਾਸੇ। ਕਿਸ ਤਰ੍ਹਾਂ ਫਿਰ ਇਹਨੇ ਆਪਣਾ ਪਰਿਵਾਰ ਸਹੇੜਿਆ, ਭਾਵ ਕਾਹਨੂੰ ਵਿਆਹ ਕਰਵਾਇਆ, ਸਾਨੂੰ ਹੀ ਜਿਹੜਾ ਹੈ ਸਾਡੇ ਕੰਨਾਂ ਨੂੰ ਹੱਥ ਲਵਾਏ। ਸਗੋਂ ਸ੍ਰੀ ਨਾਨਕ ਸੁਨਤੇ ਸਭ ਰਹੇ। ਗੁਰੂ ਨਾਨਕ ਸਾਹਿਬ ਜੀ ਸਭ ਕੁਝ ਹੀ ਸੁਣਦੇ ਰਹੇ ਕਿ ਕੀ ਬੋਲਣਾ ਹੈ। ਜੇ ਬੋਲੇ ਤੇ ਇੱਧਰ ਤੇ ਹੋਰ ਅੱਗ ਲੱਗ ਜਾਣੀ, ਸਗੋਂ ਹੋਰ ਅੱਗੋਂ ਜਿਹੜਾ ਬੋਲਣਾ ਇੰਨਾ। ਕੋ ਵਾਕ ਨਾ ਮੁਖ ਤੇ ਕਹੇ। ਕੋਈ ਵੀ ਬਚਨ ਮਹਾਰਾਜ ਨੇ ਮੁਖ ਤੋਂ ਨਹੀਂ ਕਿਹਾ। ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੋਪਾਂ, ਕਿ ਜੇ ਇੱਥੇ ਬੋਲੇ ਤੇ ਅਸੀਂ ਦੇ ਇੱਕ ਬਚਨ ਕਹਿਣਾ, ਅੱਗੋਂ ਚਾਰ ਚਾਰ ਸੁਣਾਉਣੇ ਆ। ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਚੋਪੀ ਕੀਤੇ ਰਹੇ। ਤਬ ਅਜਿੱਤੇ ਨੇ ਸਮਝਾਇਓ। ਤਦੋਂ ਇਹ ਅਜਿੱਤੇ ਚੌਧਰੀ ਨੇ ਸਮਝਾਇਆ। ਕਹਿਨ ਕਠੋਰ ਨਾ ਤੁਮ ਬਨਵਾਇਓ। ਉਹ ਵੇਖ ਮੂਲ ਚੰਦ, ਤੇਰਾ ਗੁਰੂ ਨਾਨਕ ਸਾਹਿਬ ਜੀ ਨੂੰ ਐਸਾ ਕਠੋਰ ਬਚਨ ਕਹਿਣਾ, ਕਰੜੇ ਬਚਨ ਕਹਿਣਾ ਬਣ ਨਹੀਂ ਆਉਂਦਾ, ਚੰਗੀ ਗੱਲ ਨਹੀਂ ਤੇਰੇ ਲਈ। ਇਸ ਬਿਦ ਕਹਿ ਨਿਜ ਸਦਨ ਸਿਧਾਇਓ। ਇਸ ਤਰ੍ਹਾਂ ਕਹਿ ਕਰਕੇ ਜਿਹੜਾ ਮੂਲ ਚੰਦ ਆਪਣੇ ਘਰ ਨੂੰ ਚਲਾ ਗਿਆ। ਬਹੁਤ ਉੱਤਮ ਭੋਜਨ ਬਣਵਾਇਓ। ਬਹੁਤ ਜਿਹੜੇ ਉੱਤਮ ਚੰਗੇ ਚੰਗੇ ਭੋਜਨ ਬਣਵਾਏ ਐ। ਚਾਰ ਚੀਰ ਲੈ ਕਰ ਨਿਜ ਹਾਥਾ। ਸੋਹਣੇ ਕੱਪੜੇ ਜਿਹੜੇ ਆਪਣੇ ਹੱਥਾਂ ਵਿੱਚ ਲੈ ਕਰਕੇ। ਗਮਨਿਓ ਬਹੁਰ ਨਿਕਟ ਜਗਨਾਥਾ। ਜਿੱਤੇ ਜਗਤ ਦੇ ਨਾਥ ਗੁਰੂ ਨਾਨਕ ਸਾਹਿਬ ਜੀ ਅਜਿੱਤੇ ਚੌਧਰੀ ਦੇ ਖੂਹ ਦੇ ਉੱਥੇ ਰੁੱਖਾਂ ਦੀ ਛਾਵੇਂ ਹੇਠ ਹੀ ਮਹਾਰਾਜ ਬਿਰਾਜਮਾਨ ਸਨ। ਗੁਰੂ ਸਾਹਿਬ ਜੀ ਦੇ ਕੋਲ ਫਿਰ ਚਲਿਆ ਗਿਆ ਸਹੁਰਾ ਗੁਰੂ ਜੀ ਦਾ। ਰਿਸ ਸੋ ਜਰਤ ਜਾਸ ਕੀ ਛਾਤੀ। ਜਿਸ ਮੂਲ ਚੰਦ ਦੀ ਜਿਹੜੀ ਛਾਤੀ ਹੈ ਗੁੱਸੇ ਨਾਲ ਸੜਦੀ ਮੱਚਦੀ ਪਈ ਸੀ। ਬਿਰਕਤ ਰੀਤ ਹਿਰਦੇ ਨਾ ਸਹਾਤੀ। ਜਿਹੜੀ ਬਰਗਤੀਆਂ ਤਿਆਗੀਆਂ ਵਾਲੀ ਰੀਤੀ ਨਾ ਇਹਦੇ ਵਿੱਚ ਉਹਨੂੰ ਸੋਭ ਨਹੀਂ ਸੀ ਹੋ ਰਹੀ, ਚੰਗੀ ਨਹੀਂ ਸੀ ਲੱਗ ਰਹੀ। ਗੁਰੂ ਜੀ ਦੇ ਵੇਖ ਕੇ ਫਕੀਰਾਂ ਵਾਲੇ ਕੱਪੜੇ ਇਹ ਚੰਗੇ ਨਹੀਂ ਸੀ ਲੱਗ ਰਹੇ, ਸਗੋਂ ਛਾਤੀ ਸੜਦੀ ਸੀ। ਭੋਜਨ ਧਰ ਕਾ ਗਿਰਾ ਅਲਾਈ। ਗੁਰੂ ਮਹਾਰਾਜ ਦੇ ਅੱਗੇ ਭੋਜਨ ਰੱਖ ਕਰਕੇ ਬਚਨ ਕਿਹਾ। ਆਵੋ ਤੂੰ ਨਿਤ ਕੋ ਦੁਖਦਾਈ। ਕਹਿਣ ਲੱਗਾ, ਗੁਰੂ ਨਾਨਕ ਮੇਰੇ ਸਾਦਾ ਜਵਾਈਆ, ਤੂੰ ਤੇ ਮੈਨੂੰ ਹਮੇਸ਼ਾ ਦੁੱਖ ਹੀ ਦੇਣ ਵਾਲਾ ਹੈ। ਆ ਦੁੱਖ ਦੇਣ ਵਾਲੇ ਸਾਦਾ ਜਵਾਈਆ ਖਾਲਾ ਰੱਜ ਕੇ। ਦੋਹਰਾ ਵੇਖ ਫਕੀਰੀ ਤਜਹ ਅਬ। ਆ ਹੱਥ ਜੋੜਦਾ ਤੇਰੇ ਅੱਗੇ, ਮੈਂ ਤੇਰਾ ਸਹੁਰਾ ਵਾਂ, ਹੁਣ ਹੀ ਮੇਰੀ ਮੰਨ ਲਾ। ਜਿਹੜੀ ਫਕੀਰਾਂ ਵਾਲਾ ਭੇਖ ਹੈ ਨਾ, ਇਹ ਛੱਡ ਦੇ। ਪਹਿਰੋ ਬਸਨ ਜੇ ਚਾਰ। ਜਿਹੜੇ ਸੋਹਣੇ ਕੱਪੜੇ ਮੇਰੇ ਵਾਂਗ ਚਿੱਟੇ ਦੁੱਧ ਵਰਗੇ ਪਹਿਨ ਲਾ। ਹਮਾਰੇ ਸੋਦਰ ਬੰਦ ਜੇ। ਆ ਜਿਹੜੇ ਮੇਰੇ ਸਕੇ ਭਰਾ ਹੈ, ਹੋਰ ਗੁਆਂਢ ਵਿੱਚ ਸਕੇ ਸੰਬੰਧੀ ਹੈਗੇ ਐ। ਤਿੰਨ ਮਹਿ ਨਹ ਕਰ ਖੁਆਰ। ਉਹਨਾਂ ਮੇਰੇ ਭਰਾਵਾਂ ਵਿੱਚ ਸਕੇ ਸੰਬੰਧੀਆਂ ਵਿੱਚ ਭੰਗਵੇਂ ਜੇ ਕੱਪੜ ਪਾ ਕੇ ਮੈਨੂੰ ਨਾ ਖੱਜਰ ਖਵਾਰ ਕਰ। ਚੌਪਈ ਪਹਿਰਾ ਚੀਰ ਨਾ ਭੋਜਨ ਖਾਹੀ। ਗੁਰੂ ਮਹਾਰਾਜ ਨੇ
ਆਪਣੇ ਸਹੁਰੇ ਮੂਲ ਚੰਦ ਤੋਂ ਸੁਣ ਕੇ ਨਾ ਤੇ ਇਹਦੇ ਲਿਆਂਦੇ ਹੋਏ ਕੱਪੜੇ ਪਹਿਨੇ ਆ, ਨਾ ਇਹ ਕੁਝ ਮਹਾਰਾਜ ਬੋਲੇ ਆ, ਨਾ ਕੁਝ ਭੋਜਨ ਹੀ ਛਕਿਆ ਹੈ। ਸ੍ਰੀ ਪ੍ਰਭ ਮੁਖ ਤੇ ਬੋਲਤ ਨਾਹੀ। ਗੁਰੂ ਸਾਹਿਬ ਜੀ ਦੇ ਮੁਖ ਤੋਂ ਕੋਈ ਬਚਨ ਬੋਲਦੇ ਨਹੀਂ ਇਸ ਨਾਲ। ਸ੍ਰੀ ਚੰਦ ਤਬ ਲਖਮੀ ਦਾਸਾ। ਕਿਉਂ ਨਹੀਂ ਮਹਾਰਾਜ ਬੋਲਦੇ? ਸਾਧ ਸੰਗਤ ਜੀ, ਜਿੱਥੇ ਪ੍ਰੇਮ ਹੀ ਹੈ ਨਹੀਂ ਉੱਥੇ ਬੋਲ ਕੇ ਕੀ ਲੈਣਾ ਹੈ? ਗੁਰੂ ਮਹਾਰਾਜ ਦਾ ਕਿਸੇ ਨਾਲ ਵਿਰੋਧ ਨਹੀਂ ਹੈ, ਜਾਂ ਭੋਜਨ ਨਾਲ ਵਿਰੋਧ ਹੈ, ਉਹ ਭਾਵਨਾ ਹੀ ਨਹੀਂ ਹੈ। ਉਹਦੇ ਫਰਜ਼ ਵਜੋਂ ਬਣਾ ਕੇ ਲਿਆਂਦਾ ਵੀ ਹੁਣ ਜਵਾਈ ਆਏ ਹੈ ਅਤੇ ਜੇ ਕੁਝ ਬਣਾਇਆ ਨਾ, ਇਹ ਜਿੱਤਾ ਚੌਧਰੀ ਬੋਲੂਗਾ ਵੀ ਕਮਾਲ ਹੋ ਗਈ ਹੈ ਇੱਧਰ ਮੂਲ ਚੰਦ ਲਈ। ਇਸ ਕਰਕੇ ਬਣਾ ਕੇ ਤੇ ਲੈ ਆਉਂਦੇ ਹੈ, ਭਾਵਨਾ ਨਹੀਂ ਹੈ। ਜਿਸ ਕਰਕੇ ਮਹਾਰਾਜ ਛਕ ਹੀ ਨਹੀਂ ਰਹੇ, ਨਾ ਕੋਈ ਕੱਪੜੇ ਪਹਿਨੇ ਹੈ, ਮੁੱਖੋਂ ਕੁਝ ਬਚਨ ਨਹੀਂ ਕਹਿ ਰਹੇ, ਚੁੱਪ ਹੀ ਮਹਾਰਾਜ ਕੀਤੇ ਰਹੇ ਹੈ। ਬਾਬਾ ਸ਼੍ਰੀ ਚੰਦ ਦੇ ਬਾਬਾ ਲਖਮੀ ਦਾਸ ਤਦੋਂ ਬੰਧਨ ਕੀਨ ਆਨ ਪਿਤ ਪਾਸਾ। ਪਿਤਾ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਆ ਕੇ ਮੱਥਾ ਟੇਕਣਾ ਕੀਤਾ ਦੋਨਾਂ ਪੁੱਤਰਾਂ ਨੇ। ਬੈਠਿਓ ਪਹਿਰ ਬਤੀਤਿਓ ਜਪਹਿ। ਜਦੋਂ ਇਹ ਬੈਠਿਆਂ ਇੱਕ ਪੈਰ 3 ਘੰਟੇ ਬੀਤ ਗਏ ਮੂਲ ਚੰਦ ਨੂੰ। ਪਹਿਰਿਓ ਖਾਇਓ ਨਹਿ ਕਿਛ ਤਬਹਿ। ਗੁਰੂ ਸਾਹਿਬ ਜੀ ਨੇ ਤਦੋਂ ਵੀ ਨਾ ਦੇ ਕੋਈ ਲਿਆਂਦੇ ਹੋਏ ਕੱਪੜੇ ਪਹਿਨੇ, ਨਾ ਕੁਝ ਖਾਦਾ ਮੂਲ ਚੰਦ ਦਾ। ਬਸ ਨਾ ਬਸਾਵਹਿ ਰਸਿਓ ਵਿਸਾਲਾ। ਇਹ ਕੁਝ ਵੇਖ ਕੇ ਤੇ ਗੁਰੂ ਜੀ ਦੇ ਸਹੁਰੇ ਮੂਲ ਚੰਦ ਨੂੰ ਤੇ ਬਹੁਤਾ ਹੀ ਗੁੱਸਾ ਆ ਗਿਆ ਹੈ, ਗੁੱਸਾ ਚੜ੍ਹ ਗਿਆ ਹੈ, ਤੇ ਪਰ ਵਸ ਨਹੀਂ ਕੋਈ ਚੱਲਦਾ। ਉਠ ਆਇਓ ਮੂਲਾ ਤਿਹ ਕਾਲਾ। ਗੁੱਸੇ ਨਾਲ ਭਰਿਆ ਹੀ ਉਸ ਸਮੇਂ ਉੱਠ ਆਇਆ ਘਰ ਨੂੰ। ਸ੍ਰੀ ਪ੍ਰਭ ਰਹੇ ਬਿਰਾਜਤ ਤਾਹੀ। ਗੁਰੂ ਨਾਨਕ ਸਾਹਿਬ ਜੀ ਦੇ ਉੱਥੇ ਖੂਹ ਵਾਲੇ ਸਥਾਨ ਤੇ ਬਿਰਾਜ ਰਹੇ, ਬੈਠੇ ਰਹੇ। ਜਿਨ ਕੇ ਦੇਖਤ ਦੋਖ ਸਾਹੀ। ਜਿਨ੍ਹਾਂ ਨੂੰ ਦੇਖਦਿਆਂ ਭਾਈ ਬਾਲਾ ਜੀ ਕਹਿੰਦੇ ਹੈ, ਗੁਰੂ ਅੰਗਦ ਦੇਵ ਸਾਹਿਬ ਜੀ, ਜਿਨ੍ਹਾਂ ਸਤਿਗੁਰਾਂ ਨੂੰ ਦੇਖਦਿਆਂ ਹੀ ਦੋਸ਼ ਔਗਣ ਗੜਾਂ ਪਾਪ ਸਾਰੇ ਨਾਸ ਹੋ ਜਾਂਦੇ ਐ। ਜੇ ਮਹਿਮਾ ਜਾਣਹਿ ਗੁਰ ਕੇਰੀ। ਜਿਹੜੇ ਤੇ ਬਟਾਲੇ ਸ਼ਹਿਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਡਿਆਈ ਜਾਣਦੇ ਐ। ਜੇ ਆਵਹਿ ਤਹ ਦਰਸ਼ਨ ਹੈਰੀ। ਉਹ ਉੱਥੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਦੇਖਣ ਵਾਸਤੇ ਭੱਜੇ ਆਉਂਦੇ ਐ। ਬੰਧਨ ਕਰਹਿ ਜਨਮ ਫਲ ਪਾਵਹਿ। ਐਵੇਂ ਮੱਥੇ ਟੇਕਣਾ ਕਰਦੇ ਆ ਜਿਹੜੇ ਮਨੁੱਖਾ ਜਨਮ ਦਾ ਅਸਲ ਫਲ ਹੈ ਉਹਨੂੰ ਪਾਉਂਦੇ ਐ। ਰਹਿ ਨਿਕਟ ਪੁਨ ਸਦਨ ਸਿਧਾਵਹਿ। ਕੋਲ ਕੁਝ ਰਹਿੰਦੇ ਐ ਤੇ ਫਿਰ ਕੁਝ ਸਮਾਂ ਰਹਿ ਕੇ ਮਹਾਰਾਜ ਦੇ ਪਾਸ ਬੈਠ ਕਰਕੇ ਤੇ ਫਿਰ ਘਰਾਂ ਨੂੰ ਚਲੇ ਜਾਂਦੇ ਐ। ਕੋ ਆਵੈ ਕੋ ਕਰਹਿ ਪਿਆਨਾ। ਕੋਈ ਤੇ ਉੱਥੇ ਆ ਰਿਹਾ ਤੇ ਕੋਈ ਜਾਣਾ ਕਰ ਰਿਹਾ ਹੈ। ਪੀਰ ਪੂਰ ਹੋਈ ਤਿਹ ਥਾਨਾ। ਇਸ ਤਰ੍ਹਾਂ ਉਹ ਥਾਂ ਤੇ ਬੜੀ ਜਿਹੜੀ ਭੀੜ ਹੋ ਗਈ। ਲੈ ਉਪਦੇਸ਼ ਸਿੱਖ ਕੋ ਹੋਵਹਿ। ਕੁਝ ਕਿਤੇ ਗੁਰੂ ਸਾਹਿਬ ਜੀ ਤੋਂ ਉਪਦੇਸ਼ ਲੈ ਕੇ ਤੇ ਸਿੱਖ ਹੁੰਦੇ ਜਾਂਦੇ ਐ। ਸਿਮਰਹਿ ਨਾਮ ਸਕਲ ਅਗ ਖੋਵਹਿ। ਵਾਹਿਗੁਰੂ ਨਾਮ ਨੂੰ ਸਿਮਰਦੇ ਤੇ ਸਾਰੇ ਪਾਪ ਖੋ ਰਹੇ ਆ, ਨਾਸ ਕਰ ਰਹੇ ਆ। ਇੱਕ ਤੇ ਦੂਸਰ ਮਹਿਮਾ ਸੁਨ ਕਾ। ਇੱਕ ਦੂਸਰੇ ਤੋਂ ਤੀਸਰਾ ਗੁਰੂ ਸਾਹਿਬ ਜੀ ਦੀ ਮਹਿਮਾ ਵਡਿਆਈ ਸੁਣ ਕੇ ਆਏ ਪਰ ਹੈ ਚਰਨਨ ਗੁਰ ਗੁਣ ਕਾ। ਆ ਕੇ ਵੀ ਮੇਰੇ ਗੁਰੂ ਹੈ ਪੂਜਨੀਕ ਗੁਰੂ ਨਾਨਕ ਸਾਹਿਬ ਜੀ ਅੱਜ ਤੋਂ ਮੇਰੇ ਗੁਰੂ ਹੀ ਹੈ। ਐਵੇਂ ਵਿਚਾਰ ਕੇ ਤੇ ਚਰਨੀ ਆ ਪੈਂਦੇ ਐ। ਕਿਤਕ ਕਾਮਨਾ ਧਰ ਕਰ ਸੇਵਹਿ। ਕਿਤਨੇ ਕੁ ਲੋਕ ਦੇ ਜਿਹੜੇ ਕਾਮਨਾ ਇੱਛਾ ਧਰ ਕੇ ਗੁਰੂ ਜੀ ਦੀ ਸੇਵਾ ਕਰਦੇ ਐ। ਜੋ ਇੱਛਾ ਬਿਨ ਸੰਸਾ ਲੇਵਹਿ। ਜੋ ਵੀ ਇੱਛਾ ਕਰਦੇ ਬਿਨਾਂ ਸੰਸੇ ਤੋਂ ਹੀ ਲੈ ਲੈਂਦੇ, ਪ੍ਰਾਪਤ ਕਰ ਲੈਂਦੇ ਐ। ਨਿਰਮਲ ਮਨ ਕਰਨੇ ਕੇ ਹੇਤਾ। ਕੁਝ ਕੁ ਜਿਹੜੇ ਐ ਆਪਣੇ ਮਨ ਨੂੰ ਨਿਰਮਲ ਕਰਨ ਵਾਸਤੇ, ਉਜਲ ਕਰਨ ਵਾਸਤੇ ਰਹਿ ਕਿਤਕ ਟਿਗ ਪ੍ਰੀਤ ਸਮੇਤਾ। ਕਿਤਨੇ ਕੁ ਜਿਹੜੇ ਐ ਬੜੀ ਪ੍ਰੀਤੀ ਪ੍ਰੇਮ ਦੇ ਸਮੇਤ ਗੁਰੂ ਜੀ ਦੇ ਕੋਲ ਹੀ ਰਹਿੰਦੇ ਐ। ਸਤ ਸੰਗਤ ਹੋਵਨ ਬਹੁ ਲਾਗੀ। ਐਵੇਂ ਉੱਥੇ ਸਤ ਸੰਗਤ ਤੇ ਬਹੁਤੀ ਹੋਣ ਲੱਗ ਗਈ, ਭਾਵ ਬਹੁਤੇ ਨਾਮ ਜਪਣ ਲੱਗ ਪਏ। ਕਰਹਿ ਕੀਰਤਨ ਸ਼ਰਧਾ ਜਾਗੀ। ਜਿਨ੍ਹਾਂ ਦੇ ਹਿਰਦਿਆਂ ਵਿੱਚ ਸ਼ਰਧਾ ਜਾਗੀ ਹੈ ਉਹ ਤੇ ਕੀਰਤਨ
ਕਰਨ ਲੱਗ ਪਏ, ਮਿਲ ਜੁਲ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਲੱਗ ਪਏ। ਦਰਸ਼ਨ ਕੇਰ ਪ੍ਰਤਾਪ ਵਿਸਾਲਾ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਵੀ ਬਹੁਤ ਭਾਈ ਤੇਜ ਪ੍ਰਤਾਪ ਹੈਗਾ ਸੀ। ਕਿਉ ਨਾ ਚਲਹਿ ਨੀਕੀ ਨਰ ਚਾਲਾ। ਜਦੋਂ ਗੁਰੂ ਜੀ ਦੇ ਦਰਸ਼ਨਾਂ ਦੇ ਇੰਨਾ ਪ੍ਰਤਾਪ ਤੇਜ ਹੈ ਤੇ ਫਿਰ ਵੀ ਮਨੁੱਖ ਭਲਾ ਵੀ ਚੰਗੀ ਚਾਲੀ ਰੀਤੀ ਦੇ ਕਿਉਂ ਨਾ ਚੱਲਣ, ਇਹ ਤੇ ਹੋ ਹੀ ਨਹੀਂ ਸਕਦਾ। ਦੋਹਰਾ ਹੋਤੋ ਨਗਰ ਕੋ ਚੌਧਰੀ। ਜੋ ਨਗਰ ਦਾ ਚੌਧਰੀ ਸੀ, ਨਾਮ ਅਜਿੱਤਾ ਜਾਹੇ। ਜਿਸ ਦਾ ਨਾਮ ਅਜਿੱਤਾ ਚੌਧਰੀ ਸੀ, ਰੰਧਾਵਾ ਇਹਦੀ ਗੋਤ ਸੀ, ਪੱਖੋ ਕੇ ਰੰਧਾਵਾ ਦਾ ਹੀ ਇਹ ਚੌਧਰੀ ਬਣਿਆ ਸੀ। ਮਹਿਮਾ ਪ੍ਰਭ ਅਵਲੋਕ ਕਹਿ। ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਮਹਿਮਾ ਦੇਖ ਕੇ ਸਮਝਿਓ ਨਿਜ ਮਨ ਮਾਹੇ। ਆਪਣੇ ਮਨ ਵਿੱਚ ਸਮਝਿਆ ਹੈ ਇਸਨੇ। ਜੋ ਪਈ ਜਹ ਸੋਹਤ ਬੇਦੀ ਕੁਲ ਦੀਪਾ। ਜਿੱਥੇ ਬੇਦੀਆਂ ਦੀ ਕੁਲ ਦੇ ਦੀਵਾ ਰੂਪ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ ਸੋਭਨੀਕ ਹੋ ਰਹੇ ਸਨ। ਗਮਨਿਓ ਤਿਨ ਕੇ ਤਬਹ ਸਮੀਪਾ। ਤਦੋਂ ਹੀ ਬੜੀ ਛੇਤੀ ਮਹਾਰਾਜ ਜੀ ਦੇ ਕੋਲ ਚਲਿਆ ਗਿਆ ਅਜਿੱਤਾ ਚੌਧਰੀ। ਹੋਇ ਕਰ ਦੀਨ ਪ੍ਰੇਮ ਔਰ ਭਰਕ। ਐਵੇਂ ਜਿਹੜਾ ਬਹੁਤ ਨਿਮਾਣਾ ਦੀਨ ਹੋ ਕਰਕੇ ਹਿਰਦੇ ਵਿੱਚ ਪ੍ਰੇਮ ਭਰ ਕੇ ਰਹਿਓ ਚਰਨ ਕਵਲਨ ਸਿਰ ਧਰਕ। ਆਪਣਾ ਜਿਹੜਾ ਸਿਰ ਹੈ ਨਾ ਸੀਸ ਗੁਰੂ ਜੀ ਦੇ ਚਰਨਾਂ ਕਮਲਾਂ ਉੱਪਰ ਇਹਨੇ ਟਿਕਾ ਕੇ ਰਹਿਆ ਹੈ। ਬਾਹਰ ਨ ਉਪਰ ਸੀਸ ਉਠਾਵਾ। ਜਦੋਂ ਇਹਨੇ ਆਪਣਾ ਸਿਰ ਗੁਰੂ ਜੀ ਦੇ ਚਰਨਾਂ ਉੱਪਰ ਰੱਖ ਦਿੱਤਾ, ਇਹਨੇ ਫਿਰ ਆਪਣਾ ਸਿਰ ਨਹੀਂ ਚੁੱਕਿਆ। ਸ੍ਰੀ ਨਾਨਕ ਜੀ ਕਾਛ ਨਾ ਅਲਾਵਾ। ਗੁਰੂ ਸਾਹਿਬ ਜੀ ਇਹਦਾ ਪ੍ਰੇਮ ਵੇਖਣ ਵਾਸਤੇ ਕੁਝ ਨਹੀਂ ਮੁਖੋਂ ਕਿਹਾ। ਬੈਠ ਰਹੇ ਤੂਸ਼ਨ ਕੋ ਧਾਰੀ। ਮਹਾਰਾਜ ਮੌਜ ਦੇ ਮਾਲਕ ਹੈ ਨਾ, ਕੁਝ ਨਹੀਂ ਕਿਹਾ, ਚੁੱਪ ਧਾਰ ਕੇ ਬੈਠੇ ਰਹੇ। ਜੋ ਨਿਜ ਸੇਵਕ ਮੁਖ ਉਦਾਰੀ। ਗੁਰੂ ਭਾਈ ਬਾਲਾ ਜੀ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਜੀ ਆਪਣੇ ਸੇਵਕਾਂ ਨੂੰ ਮੁਕਤੀ ਦੇਣ ਵਿੱਚ ਬੜੇ ਉਦਾਰ ਹੈ, ਸਖੀ ਦਾ ਤੇ ਉਦਾਰ ਚਿੱਤ ਹਨ। ਨਹੀਂ ਅਜਿੱਤੇ ਸੀਸ ਉਚਾਇਓ। ਇੱਧਰ ਭਾਈ ਜੀਤੇ ਚੌਧਰੀ ਨੇ ਸੀਸ ਗੁਰੂ ਜੀ ਦੇ ਚਰਨਾਂ ਤੇ ਰੱਖ ਦਿੱਤਾ, ਫਿਰ ਉਹਨੂੰ ਚੁੱਕਿਆ ਹੀ ਨਹੀਂ ਹੈ। ਇਸ ਪ੍ਰਕਾਰ ਇੱਕ ਜਾਮ ਬਿਤਾਇਓ। ਇਸ ਤਰ੍ਹਾਂ ਇੱਕ ਪੈਰ 3 ਘੰਟੇ ਲੰਘਾ ਦਿੱਤੇ ਸਿਰ ਸੀਸ ਗੁਰੂ ਜੀ ਦੇ ਚਰਨਾਂ ਤੇ ਰੱਖਿਆ। ਵੇਖ ਲਓ ਜਿਨ੍ਹਾਂ ਦੀ ਸਾਧ ਸੰਗਤ ਦੀ ਭਾਵਨਾ, ਜਿਹੜਾ ਕੋਈ ਸੁਣਦਾ ਵੀ ਸੁਣ ਲੈਣਾ ਚਾਹੀਦਾ, ਸਗੋਂ ਹੋਰ ਹੈ। ਅੱਜ ਜਦੋਂ ਆਪ ਕਥਾ ਵਿੱਚ ਕਹੀਏ ਨਾ ਬਚਨ ਰੂਪ ਵਿੱਚ ਗੁਰੂ ਦੇ ਕੇਂਦਰੀ ਭਾਵ ਸੁਣਾਉਂਦੇ ਆ, ਉਹ ਕਹਿੰਦੇ ਵੀ ਤੇਰੇ 'ਚ ਅੱਗ ਬਹੁਤ ਭਰੀ ਹੈ, ਆ ਗੁਰੂ ਘਰ 'ਤੇ ਸ਼ਾਂਤ ਰਹਿਣਾ ਚਾਹੀਦਾ ਹੈ। ਪਰ ਸਾਧ ਸੰਗਤ ਜੀ ਸ਼ਾਂਤ ਕੀ ਰਹਿਣਾ। ਆ ਵੇਖ ਲਓ ਹੁਣ ਪ੍ਰਸੰਗ ਆ ਰਿਹਾ ਇੱਥੇ ਵੀ ਅਜਿੱਤੇ ਚੌਧਰੀ ਨੇ ਗੁਰੂ ਜੀ ਦੇ ਚਰਨਾਂ ਦੇ ਸੀਸ ਰੱਖ ਦਿੱਤਾ, 3 ਘੰਟੇ ਆਪਣਾ ਸੀਸ ਨਹੀਂ ਚੁੱਕਿਆ, ਪਾਵ ਇੱਕ ਪੈਰ ਪੂਰਾ ਹੀ। ਅਤੇ ਸਾਧ ਸੰਗਤ ਜੀ ਅਸੀਂ ਚਾਹੁੰਦੇ ਹਾਂ ਵੀ 15-20 ਮਿੰਟਾਂ 'ਚ ਕਥਾ ਹੋ ਜਾਏ ਅਤੇ ਭੋਗ ਪੈ ਜਾਏ ਅਤੇ ਚਲੇ ਜਾਈਏ। ਵੀ ਵੇਖ ਲਓ ਜਿੰਨਾ ਮਿਹਨਤ ਨਹੀਂ ਕਰਨੀ ਸਾਧ ਸੰਗਤ ਜੀ, ਅੱਜ ਤੱਕ ਸਾਨੂੰ ਮਿਹਨਤ ਤੋਂ ਬਿਨਾਂ ਮਿਲਿਆ ਕੀ ਹੈ। ਮਿਹਨਤ ਤੋਂ ਬਿਨਾਂ ਜੇ ਕੋਈ 500 ਰੁਪਈਆ ਸ਼ਾਮਾਂ ਨੂੰ ਹੱਥ 'ਤੇ ਰੱਖ ਦਿੰਦਾ ਫਿਰ ਤਾਂ ਬੜੀ ਚੰਗੀ ਗੱਲ ਹੈ। ਸਾਰੀ ਦਿਹਾੜੀ ਮਿਹਨਤ ਕਰਦਾ ਮਨੁੱਖ, ਵਿਚਾਰਾ ਇੱਟਾਂ ਢੋਂਦਾ, ਟੋਕਰੀਆਂ ਢੋਂਦਾ, ਕਈ ਕੁਝ ਕਰਦਾ, ਫਿਰ ਜਾ ਕੇ ਕਿਤੇ ਸ਼ਾਮ ਨੂੰ 500 ਰੁਪਈਆ 300 ਰੁਪਈਆ ਜੁੜਦਾ। ਅਤੇ ਗੁਰੂ ਮਹਾਰਾਜ ਪਰਮਾਤਮਾ ਨੇ ਮੁਕਤੀ ਦੇਣੀ ਹੈ, ਅਤੇ ਮੁਕਤੀ ਕੀ ਮਹਾਰਾਜ ਸੌਖੀ ਝੋਲੀ 'ਚ ਪਾ ਦੇਣ। ਸੰਗਤ ਅਸੀਂ ਨਾ ਕਰੀਏ, ਬਾਣੀ ਅਸੀਂ ਨਾ ਪੜ੍ਹੀਏ, ਅੰਮ੍ਰਿਤ ਵੇਲੇ ਅਸੀਂ ਨਾ ਉੱਠੀਏ, ਗੁਰੂ ਦੇ ਸਿੱਖਾਂ ਦਾ ਸਤਿਕਾਰ ਅਸੀਂ ਨਾ ਕਰੀਏ, ਐਵੇਂ ਕਿਵੇਂ ਝੋਲੀਆਂ ਭਰ ਜਾਣਗੀਆਂ ਅਤੇ ਐਵੇਂ ਕਿਵੇਂ ਮੁਕਤੀ ਮਿਲ ਜਾਊਗੀ। ਸਾਧ ਸੰਗਤ ਜੀ ਜਦੋਂ ਗੁਰੂ ਦੇ ਬਚਨਾਂ ਦੀ ਕਥਾ ਵਿਚਾਰ ਕਰਨੀ ਹੁੰਦੀ ਹੈ, ਬਗਤੇ ਦਾ ਇਹ ਫਰਜ਼ ਹੈ ਉਹ ਤਨੋ ਮਨੋ ਹੋ ਕੇ ਗੁਰੂ ਦਾ ਬਚਨ ਸੁਣਾਵੇ। ਕੋਈ ਗੁੱਸਾ ਕਰੇ, ਭਾਵੇਂ ਕੋਈ ਮਿੱਠਾ ਹੋਵੇ, ਭਾਵੇਂ ਕੋਈ ਨਾਰਾਜ਼ੀ ਕਰੇ, ਕਰਦਾ ਤੇ ਕਰੇ। ਇੱਥੇ ਤੇ ਹੈ ਹੀ ਸੱਚ। ਗੁਰੂ ਗ੍ਰੰਥ ਸਾਹਿਬ ਜੀ ਸੱਚ ਸਰੂਪ, ਗੁਰੂ ਦੀ ਸੰਗਤ ਜਿਹਨੂੰ ਆਪਾਂ ਕਹਿੰਦੇ ਸਤ ਸੰਗਤ ਹੋ ਰਹੀ ਹੈ, ਵੀ ਸਤ ਦੀ ਸੰਗਤ ਹੋ ਰਹੀ ਸੱਚ ਦੀ। ਅਤੇ ਉੱਥੇ ਜੇ ਹੁਣ ਅਸੀਂ ਆ ਦੂਸਰਿਆਂ ਲੋਕਾਂ ਦੇ ਪੱਖ ਕਰੀ ਜਾਈਏ, ਲੋਕ ਨਾ ਨਾਰਾਜ਼ ਹੋ ਜਾਣ, ਕਿਤੇ ਰੁੱਸ ਨਾ ਪਵੇ ਕੋਈ, ਫਿਰ ਨਹੀਂ ਕਥਾ ਹੋ ਸਕਦੀ। ਨਾ ਕਥਾ ਹੋ ਸਕਦੀ ਹੈ ਅਤੇ ਨਾ ਆਪਾਂ ਹੀ ਕੁਝ ਲੈ ਸਕਦੇ ਹਾਂ।
ਜੇ ਗੁਰੂ ਨੂੰ ਖੁਸ਼ ਕਰਨਾ ਨਾ, ਜੇ ਗੁਰੂ ਦੀ ਪ੍ਰਸੰਨਤਾ ਲੈਣੀ ਹੈ, ਨਿਰੋਲ ਕਥਾ, ਜਿੱਥੋਂ ਤੱਕ ਹਿੰਮਤ ਹੋਵੇ ਸੱਚ ਦਾ ਬਚਨ ਬੋਲਿਆ ਜਾਏ। ਮਿੱਠੀਆਂ ਫਿੱਕੀਆਂ ਦੇ ਸਾਧ ਸੰਗਤ ਜੀ ਸਾਰੀ ਦੁਨੀਆ ਹੀ ਮਾਰਦੀ ਹੈ, ਮਿੱਠੇ ਮੂੰਹ ਦੇ ਤੇ ਸਾਰੀ ਦੁਨੀਆ ਹੀ ਮਾਰੇ ਕਹਿੰਦੇ ਹੈ। ਜਿਹੜੀ ਮਿੱਠੀ ਬੋਲੀ ਹੈ ਇਹ ਜ਼ਹਿਰ ਹੈ ਨਿਰਾ ਹੀ, ਜਿਹੜੀ ਕੜਵੀ ਬੋਲੀ ਇਹ ਭਲਾ ਕਰ ਦਿੰਦੀ ਹੈ। ਮਿੱਠੇ ਬੋਲ ਤੇ ਸਾਨੂੰ ਲੈ ਕੇ ਬਹਿ ਜਾਂਦੇ ਹੈ। ਇਵੇਂ ਸ਼ਰਧਾ ਤੋਂ ਬਿਨਾਂ ਕੁਝ ਨਹੀਂ ਜੇ ਪ੍ਰਾਪਤ ਹੁੰਦਾ। 3 ਘੰਟੇ ਅਜਿੱਤਾ ਚੌਧਰੀ ਨੇ ਗੁਰੂ ਜੀ ਦੇ ਚਰਨਾਂ ਤੋਂ ਸਿਰ ਨਹੀਂ ਚੁੱਕਿਆ। ਅਸੀਂ ਤਾਂ ਬੈਠਣਾ ਹੀ ਚੌਗਣਾ ਮਾਰ ਕੇ ਹੁੰਦਾ, ਫਿਰ ਵੀ ਕਹਿੰਦੇ ਵੀ 20 ਮਿੰਟਾਂ ਸ਼ਬਦਾਂ ਦੀ ਕਥਾ ਹੋ ਜਾਏ। ਸਾਧ ਸੰਗਤ ਜੀ ਆਪ ਸਿਆਣੇ ਹੋ ਵੀ ਨਾ ਤੇ ਬ੍ਰਹਮ ਗਿਆਨੀ ਅਸੀਂ ਕਥਾ ਕਰਨ ਵਾਲੇ ਜਾਂ ਨਾ ਸੁਣਨ ਵਾਲੇ ਬ੍ਰਹਮ ਗਿਆਨੀ। 20 ਮਿੰਟਾਂ 'ਚ ਕੀ ਪੱਲੇ ਪਊ ਤੇ ਕੀ ਪੱਲੇ ਪਾਵਾਂਗੇ, ਨਾ ਤੇ ਸਾਨੂੰ ਕੁਝ ਆਉਂਦਾ ਹੈ। ਸਗੋਂ ਗੁਰੂ ਚਰਨਾਂ 'ਚ ਬਹਿ ਕੇ ਅਰਦਾਸ ਬੇਨਤੀ ਕਰੀ ਦੀ, ਮਹਾਰਾਜ ਵੱਧ ਤੋਂ ਵੱਧ ਤੁਹਾਡੇ ਬਚਨਾਂ ਦੀ ਵਿਚਾਰ ਸਾਨੂੰ ਅਨੁਭਵੀ ਹੋ ਜਾਏ ਤੇ ਭਲਾ ਹੈ। ਅੱਜ ਅਸੀਂ ਸਿੱਧੇ ਹੁਣ ਕਈ ਬਚਨ ਆ ਜਾਂਦੇ ਗੁਰਬਾਣੀ ਵਿੱਚ, ਬਿਨ ਹਰ ਕਾਮ ਨਾ ਆਵਤ ਹੈ, ਜਿਵੇਂ ਅੱਜ ਹੀ ਬਚਨ ਆਏ ਹੈ, ਉਹਦਾ ਸਿੱਧਾ ਹੀ ਅਰਥ ਵੀ ਬਿਨਾਂ ਨਾਮ ਤੋਂ ਕੋਈ ਕੰਮ ਨਹੀਂ ਆਉਂਦਾ। ਇੱਦਾਂ ਕਥਾ ਕਰਨ ਲੱਗੀਏ ਫਿਰ ਤੇ 5 ਮਿੰਟਾਂ ਦੀ ਕਥਾ ਹਰ ਇੱਕ ਸ਼ਬਦ ਦੀ। ਮਹਾਰਾਜ ਜੀ ਦੀ ਜੇ ਪ੍ਰਾਪਤੀ ਕਰਨੀ, ਭਗਤਾਂ ਨੇ ਬੰਦਗੀਆਂ ਕੀਤੀਆਂ ਰਾਤ ਦਿਨ ਇੱਕ ਕਰਕੇ। ਰਾਤ ਦਿਨ ਉਹਨਾਂ ਨੇ ਹੱਡ ਆਪਣੇ ਤਪ ਵਿੱਚ ਤਾਏ ਹੈ, ਭੁੱਖੇ ਰਹਿ ਕੇ ਦਿਨ ਕੱਟੇ ਹੈ, ਪਾਟੇ ਪੁਰਾਣੇ ਕੱਪੜੇ ਪਾਏ ਹੈ, ਕੁੱਲੀਆਂ ਵਿੱਚ ਦਿਨ ਕੱਟੇ ਹੈ। ਇਵੇਂ ਕਈ ਦਿਨ ਭੁੱਖੇ ਰਹਿ ਕੇ ਗੁਜ਼ਾਰੇ ਕੀਤੇ ਹੈ, ਜੰਗਲਾਂ ਵਿੱਚ ਦਿਨ ਕੱਟੇ ਹੈ, ਜਲ ਧਾਰਾਂ ਕੀਤੀਆਂ ਹੈ, ਅੱਗਾਂ ਦੇ ਧੂਣੀਆਂ ਸੇਕੀਆਂ ਹੈ। ਫਿਰ ਜਾ ਕੇ ਉਹਨਾਂ ਸੰਤਾਂ ਭਗਤਾਂ ਦੇ ਅੱਜ ਨਾਮ ਹੈ। ਅਸੀਂ ਚਾਹੁੰਦੇ ਹਾਂ ਵੀ ਅਸੀਂ ਸਿੱਖ ਬਣ ਜਾਈਏ ਅਤੇ ਸਾਡਾ ਢੰਡੋਰਾ ਪਿੱਟਿਆ ਜਾਵੇ, ਫਲਾਣਾ ਬੜਾ ਅਭਿਆਸੀ ਹੈ ਅਤੇ ਕਿਤੇ ਗੁਰੂ ਦੇ ਚਰਨਾਂ 'ਚ ਬਹਿ ਕੇ ਖੁਸ਼ ਨਹੀਂ ਹੈ। ਇਵੇਂ ਕੁਝ ਨਹੀਂ ਪ੍ਰਾਪਤ ਹੁੰਦਾ। ਗੁਰੂ ਮਹਾਰਾਜ ਚਰਨਾਂ ਦੀ ਜਿਹੜੀ ਕਥਾ ਵਿਚਾਰ ਹੈ, ਸਾਧ ਸੰਗਤ ਜੀ ਤੇ ਨਿਰੋਲ ਸੱਚੀ ਸੁੱਚੀ ਹੋਣੀ ਚਾਹੀਦੀ ਹੈ। ਕੋਈ ਖੁਸ਼ੀ ਮਨਾਵੇ, ਕੋਈ ਗਮੀ ਮਨਾਵੇ, ਇਹਦੇ ਵਿੱਚ ਸਾਡਾ ਕੀ ਹੈ। ਜਿਹੜਾ ਕੋਈ ਗੁਰੂ ਦੇ ਬਚਨ ਸਮਝ ਕੇ ਭਲਾ ਮੰਨ ਕੇ ਧਾਰਨ ਕਰ ਲਊ, ਉਹ ਕੁਝ ਖੱਟ ਲੂਗਾ। ਜਿਹੜਾ ਨਹੀਂ ਮੰਨੂਗਾ ਉਹ ਆਪਣੇ ਭਰਾ ਆਪਣਾ ਉਹ ਆਪੇ ਪਾਊਗਾ। ਅਸੀਂ ਉਹਨੂੰ ਕੀ ਕਹਿਣਾ ਹੈ। ਸਾਡਾ ਇੱਥੇ ਕੋਈ ਬਚਨ ਨਹੀਂ ਹੈ, ਇਹਦੇ ਗੁਰੂ ਦੇ ਸ਼ਬਦਾਂ ਦੀ ਕਥਾ ਹੈ। ਨਿਰੋਲ ਮਾਰੇ ਕਿਰਪਾ ਕਰਕੇ ਆਪ ਹੀ ਕਰਵਾ ਦੇਣ। ਇਹ ਤਾਂ ਜਿਨ੍ਹਾਂ ਦੀ ਭਾਵਨਾ ਹੈ, ਜਿਨ੍ਹਾਂ ਨੇ ਸਾਧ ਸੰਗਤ ਜੀ ਕੁਝ ਖੱਟੀ ਖੱਟਣੀ ਹੈ, ਉਹ ਗੁਰੂ ਦੇ ਚਰਨਾਂ ਕੋਲ ਹੀ ਬੈਠੇ ਰਹਿੰਦੇ ਐ। ਇਸ ਪ੍ਰਕਾਰ ਇੱਕ ਜਾਮ ਬਿਤਾਇਓ। ਇਸ ਤਰ੍ਹਾਂ 3 ਘੰਟੇ ਬਿਤਾ ਲੰਘਾ ਦਿੱਤੇ, ਸੀਸ ਰੱਖਿਆ ਚਰਨਾਂ ਉੱਪਰ। ਕਿਰਪਾ ਦ੍ਰਿਸ਼ਟ ਕੋ ਦੇਖ ਗੁਸਾਈ। ਕਿਰਪਾ ਦੀ ਨਜ਼ਰ ਨੂੰ ਦੇਖ ਕੇ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਮ੍ਰਿਦਲ ਮਦਰ ਮੁਖ ਗਿਰਾ ਅਲਾਈ। ਇੰਨੀ ਭਾਰੀ ਸ਼ਰਧਾ ਵੇਖ ਕੇ ਬੜੇ ਕੋਮਲ ਤੇ ਮਿੱਠੇ ਬਚਨ ਗੁਰੂ ਜੀ ਨੇ ਕਹੇ ਐ। ਅਬ ਉਠੀਏ ਕਰਤਾਰ ਪਿਆਰੇ। ਅੱਜ 3 ਘੰਟੇ ਮੱਥਾ ਟੇਕਿਆ ਤੇ ਤਾਂ ਹੀ ਮਹਾਰਾਜ ਨੇ ਪਿਆਰੇ ਕਿਹਾ ਕਰਤਾਰ ਦੇ। ਜੇ ਹੁਣ ਸਾਡੇ ਵਾਂਗੂ ਮੱਥਾ ਲੱਗਣ ਨਾ ਥੱਲੇ ਦਵੇ ਤੇ ਤਾਂ ਹੀ ਚੁੱਕ ਲਵੇ ਤੇ ਫਿਰ ਪਿਆਰਾ ਸਾਨੂੰ ਕਿਹਨੇ ਕਹਿਣਾ ਹੈ। ਉਹੀਓ ਰੱਬ ਦੇ ਪਿਆਰੇ ਜਿਹੜੇ ਗੁਰੂ ਦੇ ਚਰਨਾਂ ਦੇ ਝੁਕ ਜਾਂਦੇ ਤੇ ਕਦੇ ਮੱਥਾ ਆਪਣਾ ਤਾਂ ਨਹੀਂ ਕਰਦੇ। ਆਹ ਮਹਾਂਪੁਰਸ਼ ਕਈ ਇਹੋ ਜਿਹੇ ਹੋਏ ਆ। ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ 20 ਮਿੰਟ ਆਪਣਾ ਮਸਤਕ ਤਾਂ ਨਹੀਂ ਸੀ ਚੁੱਕਦੇ। ਉਹ ਜਦੋਂ ਉੱਠਿਆ ਕਰਨਾ ਤੇ ਮੱਥਾ ਲਾਲ ਹੋਇਆ ਕਰਨਾ। ਸੰਗਤਾਂ ਨੇ ਕਿਹਾ ਕਰਨਾ, ਬਾਬਾ ਜੀ ਤੁਹਾਡਾ ਮੱਥਾ ਬੜਾ ਲਾਲ ਹੈ, ਤੁਸੀਂ ਇੰਨਾ ਸਮਾਂ ਕਾਹਨੂੰ ਮੱਥਾ ਟੇਕਦੇ ਹੋ। ਕਹਿੰਦੇ ਭਾਈ ਆ ਤੁਰੇ ਜਾਂਦੇ ਆ, ਸੰਗਤਾਂ ਸਾਡੇ ਚਰਨਾਂ 'ਤੇ ਮੱਥਾ ਟੇਕ ਦਿੰਦੀਆਂ। ਉਹ ਸੰਗਤਾਂ ਸਾਡੇ ਮੱਥਾ ਟੇਕ ਦਿੰਦੀਆਂ, ਸਾਨੂੰ ਗੁਰੂ ਕਾ ਸਿੱਖ ਸਮਝ ਕੇ ਅਸੀਂ ਗੁਰੂ ਦੇ ਚਰਨਾਂ ਵਿੱਚ ਉਹਨਾਂ ਦਾ ਮੱਥਾ ਪਹੁੰਚਾ ਦਿੰਦੇ ਵੀ ਮਹਾਰਾਜ ਅਸੀਂ ਤਾਂ ਪਾਪੀ ਹਾਂ, ਸਾਨੂੰ ਮੱਥਾ ਕਾਹਦਾ ਟੇਕਣਾ ਹੈ। ਇਹ ਮੱਥਾ ਟੇਕਣਾ ਤਾਂ ਤੁਹਾਨੂੰ ਹੀ ਯੋਗ ਹੈ। ਇਹ ਮੱਥਾ ਉਹਨਾਂ ਸੰਗਤਾਂ ਦਾ ਟੇਕਿਆ ਹੋਇਆ ਅਸੀਂ ਗੁਰੂ ਦੇ ਚਰਨਾਂ ਵਿੱਚ ਪਹੁੰਚਾ ਦਿੰਦੇ ਹਾਂ। ਐਵੇਂ ਆਪਣਾ ਮੱਥਾ ਹੀ ਉਹ ਲਾਲ ਕਰ ਲੈਂਦੇ ਸਨ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ। ਅਤੇ ਇੱਥੇ ਮਹਾਰਾਜ ਕਹਿ ਰਹੇ ਹੈ, ਜਦੋਂ ਇੰਨੀ ਭਾਰੀ ਸ਼ਰਧਾ ਵੇਖੀ ਹੈ, ਕਹਿਣ ਲੱਗੇ ਹੇ ਅਜਿੱਤੇ ਚੌਧਰੀ, ਅਤੇ ਉਹਨੂੰ ਕਹਿੰਦੇ ਮਹਾਰਾਜ ਕਰਤਾਰ ਪਰਮੇਸ਼ਰ ਦੇ ਪਿਆਰੇ,
ਆਪਣਾ ਸੀਸ ਤਾਂ ਚੁੱਕੀ ਤੇ ਤਾਂ ਉੱਠੀਏ। ਆਪਨ ਮਨੋਰਥ ਕਰਹੁ ਚਾਰੇ। ਜੋ ਤੁਹਾਡੇ ਮਨ ਦਾ ਮਨੋਰਥ ਫੁਰਨਾ ਉਹ ਸਾਨੂੰ ਉਚਾਰ ਕੇ ਕਹਿ ਕੇ ਦੱਸੋ। ਨਿਜ ਹਾਥਨ ਸੋ ਤਬ ਜਗਨਾਥਾ। ਆਪਣੇ ਹੱਥਾਂ ਨਾਲ ਤਦੋਂ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਬਠਾਰਿਓ ਉਠਾਏ ਤਿਹ ਮਾਥਾ। ਉਸ ਭਾਈ ਅਜਿੱਤੇ ਚੌਧਰੀ ਦਾ ਮੱਥਾ ਆਪਣੇ ਹੱਥਾਂ ਨਾਲ ਮਾਰੇ ਉਠਾਇਆ ਹੈ। ਇਹ ਪਿਆਰਿਆ ਤਾਂ ਮੱਥਾ ਕਰ ਆਪਣਾ, ਬਹੁਤ ਸਮਾਂ ਹੋ ਗਿਆ, ਕੋਲ ਹੀ ਬਿਠਾ ਲਿਆ ਪ੍ਰੇਮ ਵਿੱਚ ਭਿੱਜੇ ਹੋਏ ਨੂੰ। ਹਾਥ ਜੋੜ ਕਾ ਬਿਨਤੀ ਭਾਖੀ। ਦੋਵੇਂ ਹੱਥ ਜੋੜ ਕੇ ਬੇਨਤੀ ਆਖੀ ਅਜਿੱਤੇ ਚੌਧਰੀ ਨੇ। ਰਾਵਰ ਹੋ ਸਭ ਘਟ ਕੇ ਸਾਖੀ। ਹੇ ਮਹਾਰਾਜ ਆਪ ਜੀ ਦੇ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਹੋ। ਤੁਮ ਸਭ ਜਾਨਹ ਅੰਤਰਜਾਮੀ। ਅੰਤਰਜਾਮੀ ਗੁਰੂ ਨਾਨਕ ਸਾਹਿਬ ਜੀ ਤੁਸੀਂ ਦੇ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਹੋ। ਕਿਉ ਬਨ ਹੈ ਮਾਮਾ ਕਹਿਣਾ ਸੁਆਮੀ। ਇਹ ਸੁਆਮੀ ਗੁਰੂ ਨਾਨਕ ਸਾਹਿਬ ਜੀ ਮੇਰਾ ਕੀ ਤੁਹਾਨੂੰ ਕਹਿਣਾ ਬਣਦਾ ਹੈ, ਤੁਸੀਂ ਦੇ ਦਿਲਾਂ ਦੀਆਂ ਜਾਣਨ ਵਾਲੇ ਹੋ। ਜੋ ਨਹ ਜਾਣ ਹੈ ਤਾਹੇ ਅਗਾਰੀ। ਜੋ ਨਹੀਂ ਨਾ ਮਹਾਰਾਜ, ਜੋ ਨਹੀਂ ਜਾਣਦੇ ਉਹ ਤੇ ਉਹਨਾਂ ਅੱਗੇ ਕਰੈ ਆਪਣੀ ਬਿਰਥਾ ਉਚਾਰੀ। ਉਹ ਆਪਣੀ ਜਿਹੜੀ ਬਿਰਥਾ ਪੀੜਾ ਹਾਲਤ ਹੈ ਉਹ ਤੇ ਉਹਨਾਂ ਅੱਗੇ ਉਚਾਰਨ ਕਰਕੇ ਕਈ ਜਿਹੜੇ ਪਹਿਲਾਂ ਜਾਣਦੇ ਨਹੀਂ ਐ। ਸਰਬਗਨ ਟਿਕ ਤੂਸ਼ਨ ਨੀਕੀ। ਪਰ ਜਿਹੜੇ ਸਰਬ ਗਿਆਤਾ ਹੈ, ਸਭ ਕੁਝ ਜਾਣਨ ਵਾਲੇ ਤੁਸੀਂ ਅੰਤਰਜਾਮੀ ਹੋ, ਤੁਹਾਡੇ ਅੱਗੇ ਦੇ ਮਹਾਰਾਜ ਸਾਡੀ ਚੁੱਪੀ ਚੰਗੀ ਹੈ। ਕਰਹਿ ਭਲੇਰੀ ਭਾਵਤ ਜੀ ਕੀ। ਕਿਉਂਕਿ ਉਹ ਜਿਹੜੇ ਸਰਬਗਤਾ ਵਾਲੇ, ਸਰਬੱਗ ਹੁੰਦੇ, ਸਭ ਕੁਝ ਜਾਣਨ ਵਾਲੇ, ਉਹਦੇ ਆਪਣੇ ਪਿਆਰੇ ਦੇ ਮਨ ਦੀ ਜਿਹੜੀ ਹੈ ਨਾ ਹਮੇਸ਼ਾ ਚੰਗੀ ਗੱਲ ਜਾਣਦੇ ਆ, ਉਹਦਾ ਭਲਾ ਹੀ ਕਰਦੇ ਹਮੇਸ਼ਾ। ਸੰਤ ਪ੍ਰਸਿੱਧੇ ਹਿਰਦੇ ਗੁਸਾਈ। ਉਹ ਆਪਣੇ ਪਿਆਰੇ ਦੀ ਮਨ ਭਾਉਂਦੀ ਗੱਲ ਕਰਦੇ, ਉਹ ਚੰਗਾ ਹੀ ਸਭ ਕੁਝ ਕਰਦੇ ਆਪਣੇ ਪਿਆਰੇ ਦਾ। ਇਹ ਗੁਰੂ ਸਾਹਿਬ ਜੀ ਦੇ ਐਸੇ ਪ੍ਰੇਮ ਦੇ ਬਚਨ ਸੁਣ ਕੇ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਏ ਐ। ਕਰਨ ਕਰਤਾਰਥ ਗਿਰਾ ਅਲਾਈ। ਜਿੱਤੇ ਚੌਧਰੀ ਨੂੰ ਨਿਹਾਲ ਸਫਲ ਕਰਨ ਵਾਸਤੇ ਬਾਣੀ ਬਚਨ ਕਿਹਾ। ਬੰਧਨ ਕਰ ਕਰਤਾਰ ਅਗਾਰੀ। ਮੱਥਾ ਟੇਕ ਕਰਕੇ ਬੰਧਨ ਕਰ ਕਰਤਾਰ ਅਗਾਰੀ। ਜੋ ਪਰਮੇਸ਼ਰ ਹੈ ਵਾਹਿਗੁਰੂ, ਉਹਦੇ ਅੱਗੇ ਮੱਥਾ ਟੇਕ ਕਰਕੇ ਪੂਜਾ ਮਨ ਕਾਮਨਾ ਤੁਮਾਰੀ। ਮਹਾਰਾਜ ਕਹਿੰਦੇ ਵੀ ਬੰਧਨ ਕਰ, ਹੇ ਅਜਿੱਤੇ ਚੌਧਰੀ, ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਤੂੰ ਮੱਥਾ ਟੇਕਣਾ ਕਰ, ਉਹ ਤੇਰੇ ਮਨ ਦੀ ਕਾਮਨਾ ਆਪੇ ਸਾਰੀ ਪੂਰੀ ਕਰ ਦੇਗਾ। ਸੁਨ ਕਾ ਬਹੁਰ ਚਰਨ ਲਪਟਾਇਓ। ਸੁਣ ਕੇ ਮਹਾਰਾਜ ਦੇ ਚਰਨਾਂ ਦੇ ਫੇਰ ਲੱਗ ਗਿਆ ਪਤਾ ਹੈ ਵੀ ਗੁਰੂ ਨਾਨਕ ਸਾਹਿਬ ਹੀ ਕਰਤਾਰ ਹੈ, ਕਰਤਾਰ ਦੂਸਰਾ ਕੌਣ ਹੈ। ਮਹਾਰਾਜ ਨੇ ਤੇ ਕਿਹਾ ਵੀ ਪਰਮੇਸ਼ਰ ਦੇ ਚਰਨਾਂ ਦੇ ਮੱਥਾ ਟੇਕ, ਤੇਰੀ ਕਾਮਨਾ ਪੂਰੀ ਹੋ ਜਾਏਗੀ। ਇਹ ਸੁਣ ਕੇ ਫੇਰ ਚਰਨਾਂ ਦੇ ਲੱਗ ਗਿਆ। ਤਤ ਸ਼ਨ ਗਿਆਨ ਹਿਰਦੈ ਹੋਇ ਆਇਓ। ਉਸੇ ਵੇਲੇ ਕਹਿੰਦੇ ਅਪਰੋਕਸ਼ ਬ੍ਰਹਮ ਗਿਆਨ ਇਹਦੇ ਹਿਰਦੇ ਵਿੱਚ ਹੋ ਆਇਆ ਹੈ। ਜਗਤ ਵਿਸਾਲ ਭਾਈ ਸਭ ਭਾਂਤੀ। ਸਭ ਤਰ੍ਹਾਂ ਨਾਲ ਹੀ ਜਿਹੜੀ ਸ਼ਕਤੀ ਬੜੀ ਭਾਰੀ ਇਹਦੇ ਵਿੱਚ ਹੋ ਗਈ। ਪਾਈ ਏਕ ਬਾਰ ਜਨ ਥਾਤੀ। ਮਾਨੋਗੇ ਜਿਵੇਂ ਕਿਸੇ ਕੰਗਾਲ ਗਰੀਬ ਨੇ ਇੱਕੇ ਵਾਰੀ ਮੋਹਰਾਂ ਦੀ ਭਰੀ ਹੋਈ ਥੈਲੀ ਪਾ ਲਈ ਹੋਵੇ, ਇਸੇ ਤਰ੍ਹਾਂ ਇਹਨੇ ਸ਼ਕਤੀ ਪਾ ਲਈ ਹੈ। ਸੇਵਾ ਕਰਨ ਲੱਗਿਓ ਯੁਤ ਪ੍ਰੀਤੀ। ਬੜੀ ਪ੍ਰੀਤੀ ਪ੍ਰੇਮ ਦੇ ਸਹਿਤ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਲੱਗ ਗਿਆ ਅਜਿੱਤਾ ਚੌਧਰੀ। ਬੇਮੁਖਤਾ ਸਗਰੀ ਔਰ ਬੀਤੀ। ਇਹਦੇ ਵਿੱਚ ਜਿਹੜੀ ਕੋਈ ਬੇਮੁਖਤਾਈ ਸੀ ਉਹ ਸਾਰੀ ਬੀਤ ਗਈ, ਲੰਘ ਗਈ, ਭੁੱਲ ਗਈ। ਕੇਤਕ ਦਿਵਸ ਇਸ ਭਾਂਤ ਬਿਤਾਏ। ਕੁਝ ਕੁ ਦਿਨ ਜਿਹੜੇ ਇਸੇ ਤਰ੍ਹਾਂ ਲੰਘਾਏ ਬਿਤਾਏ ਐ। ਸਿੱਖੀ ਮਗ ਮਹਿ ਬਹੁ ਨਰ ਪਾਏ। ਸਿੱਖੀ ਦੇ ਰਸਤੇ ਵਿੱਚ ਗੁਰੂ ਸਾਹਿਬ ਜੀ ਨੇ ਬਟਾਲੇ ਸ਼ਹਿਰ ਰਹਿੰਦਿਆਂ ਹੋਇਆਂ ਬਹੁਤੇ ਪੁਰਸ਼ਾਂ ਨੂੰ ਪਾ ਦਿੱਤਾ ਹੈ। ਉੱਥੇ ਭਾਵ ਭਗਤੀ ਦੇ ਰਸਤੇ ਜਿਹੜਾ ਸਿੱਖੀ ਦਾ ਮਾਰਗ ਅਕਾਲੀ ਧਰਮ ਹੈ, ਉਹਦੇ ਵਿੱਚ ਬਹੁਤਿਆਂ ਨੂੰ ਪਾ ਦਿੱਤਾ, ਲਾ ਦਿੱਤਾ ਹੈ। ਇਵੇਂ ਗੁਰੂ ਸਾਹਿਬ ਜੀ ਉੱਥੇ ਬਟਾਲੇ ਨਗਰ ਵਿੱਚ ਕਿਰਪਾ ਕਰਕੇ ਵਰਤਾ ਰਹੇ ਹੈ। ਉਹ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਰਹਿੰਦਾ ਪ੍ਰਸੰਗ ਜਿਹੜਾ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਸਮਾਂ ਉੱਪਰ ਹੀ ਜਾ ਰਿਹਾ ਹੈ, ਇੱਥੇ ਸਮਾਪਤੀ ਹੈ। ਸੇਵਾ ਕਰਨ ਲੱਗਿਓ ਯੁਤ ਪ੍ਰੀਤੀ।
बेमुखता सगरी और बीती, कितक दिवस इस भांत बिताए, सिक्खी मग मह बहु नर पाए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।